ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਨਿਜ ਨਿਜ ਧਰਮ ਸਭਨ ਕੋ ਪਿਆਰੇ, ਜੋ ਜਿਸ ਧਾਰਤ ਸੋ ਤਿਸ ਤਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਪਤਿਤ ਪਾਵਨ ਸਤਿਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਜੁੜ ਮਿਲ ਕਰਕੇ ਬੈਠੀ ਹੋਈ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਨੇ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ। ਸਤ ਸੰਗਤ ਦੇ ਦੀਵਾਨ ਵਿੱਚ ਆਪ ਇਕੱਤਰਤ ਹੋਏ ਹੋ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦੇ ਜੀਵਨ ਕੌਤਕਾਂ ਦੀ ਕਥਾ ਵਿਚਾਰ, ਕਿਸ ਤਰ੍ਹਾਂ ਮਹਾਰਾਜ ਜੀਆਂ ਨੇ ਦਿੱਲੀ ਦੇ ਵਿੱਚ ਸ਼ਹੀਦੀ ਦਿੱਤੀ ਹੈ, ਇਹ ਪ੍ਰਸੰਗ ਬਚਨ ਆਪਾਂ ਸਰਵਣ ਕਰ ਰਹੇ ਹਾਂ। ਸਤਿਗੁਰਾਂ ਨੂੰ ਕੈਦਖਾਨੇ ਵਿੱਚ ਔਰੰਗਜ਼ੇਬ ਨੇ ਬੰਦ ਕੀਤਾ ਹੋਇਆ। ਔਰੰਗਜ਼ੇਬ ਨੇ ਆਪਣੇ ਕੁਝ ਵਜ਼ੀਰ ਭੇਜੇ ਸਤਿਗੁਰਾਂ ਨੂੰ ਲਾਲਚ ਦੇਣ ਵਾਸਤੇ, ਜਾਂ ਤੇ ਇਸਲਾਮ ਨੂੰ ਕਬੂਲ ਕਰ ਲਵੋ ਜਾਂ ਕਰਾਮਾਤ ਦਿਖਾਓ। ਗੁਰੂ ਤੇਗ ਬਹਾਦਰ ਪਾਤਸ਼ਾਹ ਸੁਣ ਕੇ ਕਹਿਣ ਲੱਗੇ, ਤੁਹਾਨੂੰ ਇਹ ਤਖਤ ਪਰਮਾਤਮਾ ਨੇ, ਖੁਦਾ ਨੇ ਦਿੱਤਾ ਦੁਨੀਆ ਦੀ ਲੋਕਾਂ ਦੀ ਸੇਵਾ ਕਰਨ ਵਾਸਤੇ, ਪਰ ਜੇ ਤੁਸੀਂ ਤਖਤ 'ਤੇ ਬੈਠ ਕੇ ਪਾਪ ਕਮਾਓਗੇ ਤਾਂ ਇਹਦਾ ਫਿਰ ਗੁਨਹਗਾਰ ਦਰਗਾਹ ਮਜਾਰਾ, ਰੱਬ ਦੀ ਦਰਗਾਹ ਵਿੱਚ ਤੁਸੀਂ ਗੁਨਹਗਾਰ ਸਾਬਤ ਹੋਵੋਗੇ। ਰੱਬ ਨੇ ਤਖਤ ਦਿੱਤਾ ਸੀ, ਦੁਨੀਆ ਦੀ ਸੇਵਾ ਕਰੋ, ਦੁਨੀਆ ਦਾ ਭਲਾ ਕਰੋ। ਤਖਤ ਮਿਲਿਆ, ਇੱਕ ਸਾਧਨ ਮਿਲ ਗਿਆ ਲੁਕਾਈ ਦਾ, ਦੇਸ਼ ਦੀ ਸੇਵਾ ਕਰਨ ਦਾ ਟਾਈਮ ਮਿਲ ਗਿਆ, ਸਬੱਬ ਬਣ ਗਿਆ। ਪਰ ਜੇ ਪਾਪ ਕਰੋਗੇ ਤੇ ਰੱਬ ਦੀ ਦਰਗਾਹ ਵਿੱਚ ਗੁਨਹਗਾਰ ਸਾਬਤ ਹੋਵੋਗੇ। ਇਹ ਬਚਨ ਇਤਿਹਾਸ ਪ੍ਰਸੰਗ ਆਪਾਂ ਪਿੱਛੇ ਸਰਵਣ ਕਰ ਆਏ। ਇੱਥੋਂ ਮਹਾਰਾਜ ਅੱਗੇ ਕਿਰਪਾ ਕਰਦੇ ਆਓ, ਬੜੀ ਭਾਵਨਾ ਨਾਲ, ਸ਼ਰਧਾ ਨਾਲ ਸਤਿਗੁਰਾਂ ਦੇ ਪਵਿੱਤਰ ਬਚਨ ਜੋ ਇਤਿਹਾਸ ਹੈ, ਮਹਾਰਾਜ ਕੀ ਕੌਤਕ ਵਰਤਾ ਰਹੇ ਨੇ, ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਜ ਨਿਜ ਧਰਮ ਸਭਨ ਕੋ ਪਿਆਰੇ। ਸਤਿਗੁਰੂ ਕਹਿ ਰਹੇ ਨੇ, ਜਿਹੜੇ ਵਜ਼ੀਰ ਆਏ ਨਾ ਔਰੰਗਜ਼ੇਬ ਦੇ, ਮਹਾਰਾਜ ਕਹਿਣ ਲੱਗੇ ਵੀ ਇਹ ਵਜ਼ੀਰ ਆਪਣੇ ਬਾਦਸ਼ਾਹ ਨੂੰ ਜਾ ਕੇ ਕਹੋ ਔਰੰਗਜ਼ੇਬ ਨੂੰ ਵੀ ਧਰਮ ਸਾਰਿਆਂ ਨੂੰ ਆਪੋ ਆਪਣਾ ਪਿਆਰਾ ਹੁੰਦਾ। ਜਿਵੇਂ ਤੁਹਾਨੂੰ ਇਸਲਾਮ ਧਰਮ ਚੰਗਾ ਲੱਗਦਾ, ਤੁਸੀਂ ਚਾਹੁੰਦੇ ਹੋ ਵੀ ਇਸਲਾਮ ਧਰਮ ਵਧੇ, ਇਸੇ ਤਰ੍ਹਾਂ ਜਿਹੜੇ ਬਾਕੀ ਧਰਮਾਂ ਵਾਲੇ ਨੇ ਉਹ ਵੀ ਚਾਹੁੰਦੇ ਨੇ ਵੀ ਸਾਡਾ ਧਰਮ ਵਧੇ। ਹਰੇਕ ਨੂੰ ਆਪਣਾ ਧਰਮ ਪਿਆਰਾ ਹੈ, ਕਿਉਂਕਿ ਜਿਹੜੇ ਸੰਸਕਾਰ ਬਚਪਨ ਤੋਂ, ਜਨਮ ਤੋਂ ਲੈ ਕੇ ਮਿਲੇ ਨੇ, ਉਹਨਾਂ ਨੂੰ ਛੱਡਿਆ ਨਹੀਂ ਜਾ ਸਕਦਾ। ਇਸ ਕਰਕੇ ਧਰਮ ਸਾਰਿਆਂ ਦਾ ਆਪੋ ਆਪ ਨੂੰ ਚੰਗਾ ਹੈ। ਜੋ ਜਿਸ ਧਾਰਤ ਸੋ ਤਿਸ ਤਾਰੇ। ਜਿਹੜਾ ਬੰਦਾ ਜਿਸ ਧਰਮ ਨੂੰ ਧਾਰਦਾ ਹੈ, ਉਹ ਧਰਮ ਉਹਦਾ ਭਲਾ ਕਰ ਦਿੰਦਾ ਹੈ, ਉਹ ਧਰਮ ਉਹਨੂੰ ਤਾਰ ਦਿੰਦਾ। ਇਹ ਮਤਾ ਸਮਝ ਲੈਣਾ ਵੀ ਇਸ ਧਰਮ ਦੇ ਵਿੱਚ ਮੈਂ ਹੋਵਾਂਗਾ ਤੇ ਮੈਂ ਤਰਾਂਗਾ ਨਹੀਂ, ਮੈਂ ਮੁਕਤ ਨਹੀਂ ਹੋਵਾਂਗਾ, ਜਾਂ ਇਸ ਧਰਮ ਦੇ ਵਿੱਚ ਹੋਵਾਂਗਾ ਤੇ ਮੈਂ ਆਪਣੇ ਆਪ ਹੀ ਮੁਕਤ ਹੋ ਜਾਵਾਂਗਾ। ਨਹੀਂ, ਮੁਕਤ ਤੈਨੂੰ ਕਰਨਾ ਤੇਰੀ ਕਰਤੂਤ ਨੇ, ਮੁਕਤ ਤੈਨੂੰ ਕਰਨਾ ਤੇਰੇ ਜੀਵਨ ਨੇ। ਜੀਵਨ ਕਿਸ ਤਰ੍ਹਾਂ ਦਾ ਹੈ, ਉਹਨੇ ਤੈਨੂੰ ਮੁਕਤੀ ਵਾਲੇ ਪਾਸੇ ਲੈ ਕੇ ਜਾਣਾ। ਜੇ ਤੂੰ ਇਕੱਲਾ ਇਹ ਸਮਝ ਲਵੇਂ ਵੀ ਮੈਂ ਕੇਵਲ ਧਰਮ ਹੀ ਮੈਨੂੰ ਪਾਰ ਕਰ ਦੇਵੇ, ਮੈਂ ਕਰਾਂ ਕੁਝ ਨਾ, ਤੇ ਇਸ ਤਰ੍ਹਾਂ ਪ੍ਰਾਪਤੀ ਕੋਈ ਨਹੀਂ ਹੈ। ਧਰਮ ਕਿਸੇ ਦਾ ਕਿਵੇਂ ਦਾ ਵੀ ਹੋਵੇ, ਪਰ ਧਰਮ ਦੀ ਕਮਾਈ ਕੀ ਹੈ, ਧਰਮ ਦੇ ਵਿੱਚ ਰਹਿ ਕੇ ਤੂੰ ਕੀਤਾ ਕੀ ਹੈ, ਇਸ ਗੱਲ ਨੇ ਤੈਨੂੰ ਦੁਨੀਆ ਤੋਂ ਉਤਾਰਨਾ। ਇਸ ਕਰਕੇ
ਇਹ ਗੱਲ ਨੂੰ ਸਮਝ ਲੈਣਾ ਕਰ। ਹਮ ਤਾਂ ਦੋਨੋਂ ਬਾਤ ਨਾ ਮੰਨੈ। ਅਸੀਂ ਇਹ ਦੋ ਗੱਲਾਂ ਨਹੀਂ ਮੰਨਾਂਗੇ। ਕਿਹੜੀਆਂ ਦੋ ਗੱਲਾਂ ਸਨ? ਔਰੰਗਜ਼ੇਬ ਨੇ ਆਖਿਆ ਮਹਾਰਾਜ ਜਾਂ ਤੇ ਕਰਾਮਾਤ ਦਿਖਾਓ ਤੇ ਫਿਰ ਤੁਸੀਂ ਆਪਣੇ ਧਰਮ ਵਿੱਚ ਰਹੋ ਤੇ ਤੁਹਾਨੂੰ ਸਾਰੇ ਸਤਿਕਾਰ ਮਾਨ ਇੱਜ਼ਤ ਧਨ ਦੌਲਤ ਦੇਵਾਂਗੇ। ਇੱਕ ਇਹ ਗੱਲ ਹੈ। ਦੂਜੀ ਗੱਲ ਇਹ ਹੈ, ਜੇ ਕਰਾਮਾਤ ਨਹੀਂ ਵਿਖਾਉਣੀ ਫਿਰ ਮੁਸਲਮਾਨ ਬਣ ਜਾਓ, ਇਸਲਾਮ ਨੂੰ ਕਬੂਲ ਕਰੋ, ਤੁਹਾਨੂੰ ਜਗੀਰਾਂ ਮਿਲ ਜਾਣਗੀਆਂ, ਧਨ ਪਦਾਰਥ ਮਿਲ ਜਾਣਗੇ, ਲੋਕ ਜੈ ਜੈਕਾਰ ਕਰਨਗੇ, ਪੀਰ ਬਣ ਕੇ ਤੁਹਾਡੀ ਪੂਜਾ ਹੋਵੇਗੀ। ਇਹ ਦੋ ਸ਼ਰਤਾਂ ਸਨ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਵਾਬ ਦਿੱਤਾ, ਕਹਿਣ ਲੱਗੇ ਸਾਨੂੰ ਦੋਵੇਂ ਹੀ ਮਨਜ਼ੂਰ ਨਹੀਂ, ਨਾ ਅਸੀਂ ਇਸਲਾਮ ਨੂੰ ਕਬੂਲ ਕਰਾਂਗੇ ਨਾ ਅਸੀਂ ਕਰਾਮਾਤ ਦਿਖਾਵਾਂਗੇ, ਸਾਨੂੰ ਇਹ ਦੋਵੇਂ ਗੱਲਾਂ ਮਨਜ਼ੂਰ ਨਹੀਂ ਹਨ। ਕਰੈ ਸ਼ਾਹੋ ਜੈਸ ਮਨ ਮਨ ਜਾਣੈ। ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਜਿਵੇਂ ਔਰੰਗਜ਼ੇਬ ਨੂੰ ਚੰਗਾ ਲੱਗਦਾ ਨਾ ਉਹ ਔਰੰਗਜ਼ੇਬ ਕਰੇ, ਅਸੀਂ ਉਹਨੂੰ ਰੋਕਦੇ ਨਹੀਂ ਵੀ ਨਾ ਕਰੇ। ਜੇ ਔਰੰਗਜ਼ੇਬ ਸਾਨੂੰ ਸ਼ਹੀਦ ਕਰਨਾ ਚਾਹੁੰਦਾ ਕਰ ਦੇਵੇ, ਜੋ ਉਹਦੇ ਮਨ ਵਿੱਚ ਆਉਂਦਾ ਹੈ। ਔਰੰਗਜ਼ੇਬ ਨੂੰ ਖੁੱਲ੍ਹੀ ਛੁੱਟੀ ਹੈ, ਅਸੀਂ ਡਰਦੇ ਨਹੀਂ, ਨਾ ਹੀ ਇਨਕਾਰ ਕਰਦੇ ਹਾਂ, ਜੋ ਕਰਦਾ ਕਰ ਲੈਣਾ ਕਰੇ। ਨਿਮਰ ਭੂਤ ਜਬ ਕੀਨ ਬਖਾਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਬੜੀ ਨਿਮਰਤਾ ਦੇ ਨਾਲ ਇਹ ਬਚਨ ਆਖੇ ਵੀ ਅਸੀਂ ਆਪਣਾ ਧਰਮ ਨਹੀਂ ਤਿਆਗਾਂਗੇ, ਨਾ ਇਸਲਾਮ ਕਬੂਲ ਕਰੀਏ ਨਾ ਕਰਾਮਾਤ ਦਿਖਾਈਏ। ਜਦੋਂ ਇਹ ਬਚਨ ਮਹਾਰਾਜ ਨੇ ਆਖੇ ਬੜੀ ਨਿਮਰਤਾ ਦੇ ਨਾਲ, ਬੜੇ ਪਿਆਰ ਦੇ ਨਾਲ ਮਹਾਰਾਜ ਨੇ ਬਚਨ ਔਰੰਗਜ਼ੇਬ ਦੇ ਆਏ ਵਜ਼ੀਰਾਂ ਨੂੰ ਆਖੇ ਹਨ। ਮਤੀ ਦਾਸ ਨਿਜ ਗੁਰੂ ਦੀਵਾਨ। ਉਸ ਵੇਲੇ ਸਤਿਗੁਰਾਂ ਦਾ ਦੀਵਾਨ, ਗੁਰੂ ਘਰ ਦਾ ਦੀਵਾਨ ਮਤੀ ਦਾਸ ਮਹਾਰਾਜ ਦੇ ਕੋਲ ਹੀ ਸੀ। ਕਹਿਣ ਲੱਗੇ ਵੀ ਉਹਨਾਂ ਨੇ ਜਦੋਂ ਬਚਨ ਸੁਨੇ ਹਨ, ਚਿਰੰਕਾਲ ਕੋ ਗੁਰ ਟਿਕ ਰਹੈ। ਇਹ ਲੰਮੇ ਸਮੇਂ ਤੋਂ ਗੁਰਮੁਖੋ ਕਹਿਣ ਲੱਗੇ ਵੀ ਮਤੀ ਦਾਸ ਬੜੇ ਲੰਮੇ ਸਮੇਂ ਤੋਂ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀਆਂ ਤੋਂ ਲੈ ਕੇ ਇਹ ਗੁਰੂ ਘਰ ਦੇ ਵਿੱਚ ਰਹਿੰਦਾ ਹੈ ਜਾਂ ਗੁਰੂ ਦੇ ਕੋਲ ਰਹਿੰਦਾ, ਸੇਵਾ ਕਰਦਾ। ਲੰਮੇ ਸਮੇਂ ਤੋਂ ਇਹ ਗੁਰੂ ਦੇ ਨਾਲ ਜੁੜਿਆ ਹੋਇਆ ਹੈ। ਸੁਨ ਅਸ ਬਾਕ ਨਾ ਮਨ ਮੈਂ ਸਹਿ। ਜਦੋਂ ਮਹਾਰਾਜ ਨੇ ਬਚਨ ਆਖੇ ਨਾ ਵੀ ਨਾ ਅਸੀਂ ਇਸਲਾਮ ਕਬੂਲ ਕਰੀਏ ਤੇ ਨਾ ਅਸੀਂ ਕਰਾਮਾਤ ਦਿਖਾਈਏ, ਤੇ ਭਾਈ ਮਤੀ ਦਾਸ ਜੀਆਂ ਨੂੰ ਉਸ ਵੇਲੇ ਗੁੱਸਾ ਆ ਗਿਆ ਮਨ ਦੇ ਵਿੱਚ ਵੀ ਸਾਡੇ ਸਤਿਗੁਰੂ ਤੇ ਇੰਨੀ ਨਿਮਰਤਾ ਦੇ ਨਾਲ, ਇੰਨੀ ਹਲੀਮੀ ਦੇ ਨਾਲ ਗੱਲ ਕਰਦੇ, ਬੜੇ ਪਿਆਰ ਦੇ ਨਾਲ ਗੱਲ ਕਰਦੇ, ਇਹ ਲੋਕ ਵਾਰ-ਵਾਰ ਧਮਕਾਉਣ ਵਾਸਤੇ, ਡਰਾਉਣ ਵਾਸਤੇ ਆ ਜਾਂਦੇ, ਮਹਾਰਾਜ ਦਾ ਸਤਿਕਾਰ ਨਹੀਂ ਕਰਦੇ। ਸਤਿਗੁਰਾਂ ਦਾ ਸਤਿਕਾਰ ਨਾ ਹੁੰਦਿਆਂ ਵੇਖ ਕੇ ਭਾਈ ਮਤੀ ਦਾਸ ਨੂੰ ਗੁੱਸਾ ਆ ਗਿਆ ਤੇ ਕਹਿਣ ਲੱਗੇ ਫਿਰ ਤਪ ਕੋ ਬਲ ਗੁਰ ਸੇਵਾ ਠਾਨੀ। ਇਸ ਨੇ ਗੁਰੂ ਦੀ ਸੇਵਾ ਬੜੀ ਕੀਤੀ। ਭਾਈ ਮਤੀ ਦਾਸ ਬਹੁਤ ਸੇਵਾ ਕਰਦਾ ਗੁਰੂ ਘਰ ਦੀ, ਔਰ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪ੍ਰਸ਼ਾਦੇ ਪਾਣੀ ਦੀ, ਇਸ਼ਨਾਨ ਦੀ ਸਾਰੀ ਸੇਵਾ ਭਾਈ ਮਤੀ ਦਾਸ ਜੀ ਕਰਵਾਉਂਦੇ। ਗੁਰੂ ਦੀ ਸੇਵਾ ਕਰਕੇ ਕਹਿਣ ਲੱਗੇ ਵੀ ਬੜੀਆਂ ਕਰਾਮਾਤਾਂ, ਬੜੀਆਂ ਸ਼ਕਤੀਆਂ ਸਿੱਖ ਦੇ ਕੋਲ ਹਨ। ਨਹੀਂ ਸਮਾਵੈ ਸ਼ਕਤ ਮਹਾਨੀ। ਪਰ ਇਹ ਸ਼ਕਤੀਆਂ ਲੈਣੀਆਂ ਬੜੀਆਂ ਔਖੀਆਂ, ਕਰਾਮਾਤ ਲੈਣੀ ਬੜੀ ਔਖੀ ਹੈ, ਬਖਸ਼ਿਸ਼ ਲੈਣੀ ਬੜੀ ਔਖੀ ਹੈ, ਪਰ ਗੁਰਮੁਖੋ ਲਈ ਹੋਈ ਬਖਸ਼ਿਸ਼ ਨੂੰ ਸਾਂਭਣਾ ਉਸ ਤੋਂ ਵੀ ਜ਼ਿਆਦਾ ਔਖਾ ਹੈ। ਵਿਦਵਾਨ ਕਹਿੰਦੇ ਨੇ ਸ਼ੇਰਣੀ ਦਾ ਦੁੱਧ ਚੋਣਾ ਬੜਾ ਔਖਾ। ਜਿਹੜਾ ਦੁੱਧ ਚੋਣ ਜਾਵੇਗਾ ਸ਼ੇਰਣੀ ਉਹਨੂੰ ਖਾ ਜਾਵੇਗੀ, ਮਾਰ ਜਾਵੇਗੀ। ਪਰ ਜੇ ਕੋਈ ਬੰਦਾ ਯਤਨ ਕਰ ਲਵੇ ਵੀ ਸ਼ੇਰਣੀ ਤੋਂ ਬਚ ਜਾਵੇ, ਦੁੱਧ ਚੋ ਵੀ ਲਵੇ, ਪਰ ਦੁੱਧ ਚੋ ਕੇ ਰੱਖਣਾ ਕਿਹੜੇ ਭਾਂਡੇ ਵਿੱਚ ਹੈ, ਇਹ ਉਸ ਤੋਂ ਵੱਡਾ ਯਤਨ ਕਰਨਾ ਪਵੇਗਾ। ਕਹਿਣ ਲੱਗੇ ਵੀ ਸੇਵਾ ਕਰਕੇ, ਸਿਮਰਨ ਕਰਕੇ ਸ਼ਕਤੀ ਲੈਣੀ ਬੜੀ ਵੱਡੀ ਗੱਲ ਹੈ, ਪਰ ਜਦੋਂ ਸ਼ਕਤੀ ਆ ਜਾਂਦੀ, ਤਾਕਤ ਆ ਜਾਂਦੀ ਨਾ, ਉਸ ਤਾਕਤ ਨੂੰ ਸਾਂਭਣਾ, ਉਹਨੂੰ ਕੰਟਰੋਲ ਕਰਕੇ ਰੱਖਣਾ, ਇਹ ਉਸ ਤੋਂ ਵੀ ਜ਼ਿਆਦਾ ਔਖੀ ਗੱਲ ਹੈ। ਭਾਈ ਮਤੀ ਦਾਸ ਜੀਆਂ ਨੇ ਬੜੀ ਸੇਵਾ ਕੀਤੀ ਗੁਰੂ ਘਰ ਦੀ। ਹੁਣ ਬੇਅੰਤ ਕਰਾਮਾਤਾਂ ਕੋਲ ਨੇ, ਪਰ ਉਹਨਾਂ ਕਰਾਮਾਤਾਂ ਨੂੰ ਸਾਂਭਣਾ ਔਖਾ ਹੈ। ਸ੍ਰੀ ਸਤਿਗੁਰ ਅਰ ਮੁੱਲਾ ਸੁਨ। ਸਤਿਗੁਰੂ ਪਾਤਸ਼ਾਹ ਅਤੇ ਉਹ ਜਿਹੜਾ ਮੁਲਾਣਾ ਕਾਜੀ ਹੈ ਨਾ, ਬੈਠੇ ਹੋਏ ਤੇ ਉਸ ਵੇਲੇ ਫਿਰ ਮਤੀ ਦਾਸ ਰਿਸਕੋ ਧਰ ਭੰਤ। ਮਤੀ ਦਾਸ ਨੂੰ ਗੁੱਸਾ ਆ ਗਿਆ। ਹੁਣ ਸਤਿਗੁਰੂ ਵੀ ਸੁਣਦੇ ਪਏ ਤੇ ਉਹ ਜਿਹੜਾ ਕਾਜੀ ਆਇਆ ਨਾ ਔਰੰਗਜ਼ੇਬ ਦਾ, ਸਤਿਗੁਰਾਂ ਨੂੰ ਕਹਿੰਦਾ ਵੀ ਇਸਲਾਮ ਕਬੂਲ ਕਰੋ, ਉਹ ਵੀ ਸੁਣਦਾ ਪਿਆ। ਮਤੀ ਦਾਸ ਨੇ ਬੜੇ ਗੁੱਸੇ ਦੇ ਨਾਲ ਉਸ ਵੇਲੇ ਫਿਰ ਇਹ ਬਚਨ ਆਖੇ ਹਨ। ਨਿਰਬਲ ਸਮ ਬੋਲੋ ਤੁਮ ਕੈਸੇ। ਕਹਿਣ ਲੱਗੇ ਵੀ ਤੁਸੀਂ ਸਾਨੂੰ ਕੀ ਜਾਣਦੇ ਹੋ, ਸਾਨੂੰ ਸਮਝਦੇ ਹੋ ਵੀ ਅਸੀਂ ਐਵੇਂ ਹੀ ਆ, ਤੁਸੀਂ ਸਾਡੇ ਨਾਲ ਆ ਕੇ ਕਿਵੇਂ ਬੋਲਦੇ ਹੋ, ਤੁਹਾਨੂੰ ਬੋਲਣ ਦੀ ਅਕਲ ਨਹੀਂ ਹੈ, ਤੁਹਾਨੂੰ ਬੋਲਣ ਦੀ ਸਮਝ ਨਹੀਂ ਹੈ, ਤੁਸੀਂ ਜਾਣਦੇ ਨਹੀਂ ਵੀ ਇਹ ਦੀਨ ਦੁਨੀਆ ਦਾ ਮਾਲਕ ਸਤਿਗੁਰੂ ਹੈ, ਤੁਸੀਂ ਕਿਵੇਂ ਬੋਲਦੇ ਹੋ, ਸਤਿਕਾਰ ਕਿਉਂ ਨਹੀਂ ਕਰਦੇ, ਭਾਵਨਾ ਕਿਉਂ ਨਹੀਂ ਰੱਖਦੇ। ਭਾਈ ਮਤੀ ਦਾਸ ਆਖਦੇ ਹਨ ਨਹੀਂ ਭਾਵ ਤੇ ਮੁਝ ਬਰ ਐਸੇ। ਸਾਨੂੰ ਤੁਹਾਡੇ ਇਸ ਤਰ੍ਹਾਂ ਦੇ ਬਚਨ ਚੰਗੇ ਨਹੀਂ ਲੱਗਦੇ, ਜਿਹੜੇ ਬਚਨ ਤੁਸੀਂ ਆ ਕੇ ਕਰਦੇ ਹੋ ਗੁਰੂ ਦੇ ਨਾਲ।
ਕਦੇ ਡਰਾਉਂਦੇ ਹੋ, ਕਦੇ ਧਮਕਾਉਂਦੇ ਹੋ, ਕਦੇ ਉੱਚੀਆਂ ਨੀਵੀਆਂ ਗੱਲਾਂ ਕਰਦੇ ਤੇ ਕਦੇ ਲਾਲਚ ਦਿੰਦੇ ਹੋ। ਐ ਕਾਜੀ ਮੈਨੂੰ ਤੁਹਾਡੀਆਂ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਹਨ। सब गुरुअन की जोत उदारा, ਸਤਿਗੁਰਾਂ ਦੀ ਜਿਹੜੀ ਜੋਤ ਹੈ ਨਾ, ਗੁਰਤਾ ਗੱਦੀ, ਇਹ ਬੜੀ ਸ੍ਰੇਸ਼ਟ, ਬੜੀ ਵੱਡੀ ਹੈ। करत प्रकाश ने आप मझारा, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਹ ਤੇ ਆਪਣੀ ਜੋਤ ਨੂੰ ਆਪ ਹੀ ਉਹਨਾਂ ਨੇ ਸਾਂਭਿਆ ਹੋਇਆ ਹੈ। ਸੰਗਤ ਦੇ ਭਲੇ ਵਾਸਤੇ ਹੀ ਬਚਨ ਕਰਦੇ, ਕਦੇ ਬੁਰੇ ਦਾ ਬਚਨ ਗੁਰੂ ਪਾਤਸ਼ਾਹ ਨੇ ਨਹੀਂ ਕੀਤਾ ਹੈ। तुरकन की निष्ठुरता खोटी, ਸੋ ਇਹ ਜਿਹੜੇ ਤੁਰਕ ਨੇ ਨਾ, ਇਹਨਾਂ ਦੀ ਨਿਸ਼ਠਰਤਾ ਭਾਵ ਕਿ ਕਠਿਨਤਾਈ ਜਿਹੜੀ ਹੈ, ਕਠੋਰਤਾਈ ਜਿਹੜੀ ਖੋਟੀ ਹੈ। ਤੁਹਾਨੂੰ ਜੇ ਰਾਜ ਮਿਲ ਗਿਆ ਤੇ ਤਾਂ ਕੀ ਹੋ ਗਿਆ? ਰਾਜ ਲੈ ਕੇ, ਤਾਕਤ ਲੈ ਕੇ ਇੰਨੇ ਵੀ ਪੱਥਰ ਦਿਲ ਨਹੀਂ ਬਣ ਜਾਈਦਾ ਵੀ ਕਿਸੇ ਦਾ ਪ੍ਰੇਮ ਵੇਖ ਕੇ, ਭਾਵਨਾ ਵੇਖ ਕੇ, ਨਿਮਰਤਾ ਵੇਖ ਕੇ। ਕੀ ਗੱਲ ਤੁਹਾਡਾ ਮਨ ਦ੍ਰਵੀਭੂਤ ਨਹੀਂ ਹੁੰਦਾ? ਤੁਹਾਡਾ ਮਨ ਕੰਬਦਾ ਨਹੀਂ ਵੀ ਅਸੀਂ ਕੀ ਕਰਦੇ ਪਏ? ਕਿਸੇ ਦਾ ਇੰਨਾ ਫਾਇਦਾ ਨਹੀਂ ਉਠਾਈਦਾ। ਮਤੀ ਦਾਸ ਆਖਦੇ ਹਨ अपन शकत ते करो न होटी, ਤੇ ਤੁਸੀਂ ਆਪਣੀ ਤਾਕਤ ਤੋਂ ਪਿੱਛੇ ਕਿਉਂ ਨਹੀਂ ਹਟਾਉਂਦੇ? ਹੁਣ ਭਾਈ ਮਤੀ ਦਾਸ ਸਤਿਗੁਰਾਂ ਨੂੰ ਵੀ ਕਹਿਣ ਲੱਗ ਪਿਆ, ਕਹਿੰਦੇ ਮਹਾਰਾਜ ਆਪ ਜੀ ਇੰਨੇ ਸਮਰੱਥ ਹੋ, ਇੰਨੇ ਤਾਕਤ ਵਾਲੇ ਹੋ, ਆਪ ਗੁਰੂ ਹੋ, ਤੇ ਪਾਤਸ਼ਾਹ ਇਹਨਾਂ ਦੀਆਂ ਗੱਲਾਂ ਹੀ ਕਿਉਂ ਸੁਣਦੇ ਪਏ? ਮਹਾਰਾਜ ਵਿਖਾਉਂਦੇ ਕਿਉਂ ਨਹੀਂ ਕੁਝ ਨਿੱਕਾ ਮੋਟਾ ਇਹਨਾਂ ਨੂੰ ਚਮਤਕਾਰ? ਦਿਖਾਓ, ਇਹਨਾਂ ਨੂੰ ਵੀ ਪਤਾ ਲੱਗੇ ਵੀ ਗੁਰੂ ਦੇ ਨਾਲ ਮੱਥਾ ਕਿਵੇਂ ਲਾਈਦਾ। ਪਾਤਸ਼ਾਹ ਕਿਉਂ ਇੰਨੀਆਂ ਗੱਲਾਂ ਇਹਨਾਂ ਦੀਆਂ ਸੁਣਦੇ ਪਏ ਹੋ? परे कैद में कष्ट सहारो, ਤੇ ਸਤਿਗੁਰੂ ਪਾਤਸ਼ਾਹ ਕਿਉਂ ਕੈਦ ਵਿੱਚ ਪੈ ਜੇ? ਹੁਣ ਮਤੀ ਦਾਸ ਸਤਿਗੁਰਾਂ ਨੂੰ ਹੀ ਕਹਿਣ ਲੱਗ ਪਿਆ ਉੱਚੀ ਸੁਣਾ ਕੇ, ਮਹਾਰਾਜ ਕੈਦ ਵਿੱਚ ਕਿਉਂ ਪਏ ਹੋ? ਇੰਨੇ ਦੁੱਖ ਸਹਿੰਦੇ ਪਏ, ਇੰਨੀ ਮੁਸੀਬਤ ਪਈ ਹੋਈ ਹੈ, ਪੀਣ ਵਾਸਤੇ ਪਾਣੀ ਨਹੀਂ, ਛਕਣ ਵਾਸਤੇ ਪ੍ਰਸ਼ਾਦਾ ਨਹੀਂ ਮਿਲਦਾ ਪਿਆ। ਪਾਤਸ਼ਾਹ ਇੰਨੇ ਸੰਕਟ, ਇੰਨੇ ਦੁੱਖ ਆਪ ਜੀ ਸਹਿੰਦੇ ਪਏ, ਕਿਉਂ ਸਹਿੰਦੇ ਪਏ ਹੋ? ਇਹ ਆਪ ਜੀ ਨੂੰ ਨਹੀਂ ਸਹਿਣੇ ਚਾਹੀਦੇ ਹਨ। अपनो पराक्रम नहीं संभारो, ਤੇ ਸਤਿਗੁਰੂ ਪਾਤਸ਼ਾਹ ਤੁਸੀਂ ਆਪਣੇ ਬਲ ਨੂੰ ਸਾਂਭਦੇ ਕਿਉਂ ਨਹੀਂ? ਤੁਹਾਡੇ ਵਿੱਚ ਇੰਨੀ ਤਾਕਤ ਹੈ, ਉਹ ਤਾਕਤ ਦਾ ਥੋੜਾ ਬਹੁਤਾ ਮਹਾਰਾਜ ਪ੍ਰਦਰਸ਼ਨ ਕਰੋ। ਇਹਨਾਂ ਮੁਗਲਾਂ ਨੂੰ ਵਿਖਾਓ ਵੀ ਤੁਸੀਂ ਕੀ ਚੀਜ਼ ਹੋ, ਕਿੰਨਾ ਤੁਹਾਡੇ ਵਿੱਚ ਬਲ ਹੈ। ਆਪਣੀ ਤਾਕਤ ਨੂੰ ਕਿਉਂ ਨਹੀਂ ਸਾਂਭਦੇ ਹੋ? आठों गुर को सुजस बडेरा, ਤੇ ਸਤਿਗੁਰੂ ਪਾਤਸ਼ਾਹ ਤੁਹਾਡੇ ਤੋਂ ਪਹਿਲਾਂ 8 ਗੁਰੂ ਸਾਹਿਬਾਨ ਹੋਏ ਨੇ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੋਂ ਲੈ ਕੇ ਧੰਨ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਤੱਕ 8 ਗੁਰੂ ਸਾਹਿਬਾਨ, ਉਹਨਾਂ ਦਾ ਬੜਾ ਵੱਡਾ ਜਸ ਦੁਨੀਆ ਦੇ ਵਿੱਚ, ਸੰਗਤ ਦੇ ਵਿੱਚ ਬਣਿਆ ਹੋਇਆ ਹੈ। लग क्यों करत आप इस बेरा, ਹੁਣ ਭਾਈ ਮਤੀ ਦਾਸ ਸਤਿਗੁਰਾਂ ਨੂੰ ਕਹਿਣ ਲੱਗ ਪਏ, ਕਹਿੰਦੇ ਮਹਾਰਾਜ ਤੁਸੀਂ ਗੁਰੂ ਘਰ ਦਾ ਜਸ ਘਟਾਉਂਦੇ ਪਏ ਹੋ। ਸਿੱਖ ਨੇ ਮਹਾਰਾਜ ਨੂੰ ਹੀ ਗੱਲ ਕਹਿ ਦਿੱਤੀ, ਕਹਿਣ ਲੱਗਾ ਮਹਾਰਾਜ 8 ਗੁਰੂਆਂ ਨੇ ਤੇ ਬੜਾ ਸਤਿਕਾਰ ਬਣਾਇਆ ਗੁਰੂ ਘਰ ਦਾ, ਗੁਰਤਾ ਗੱਦੀ ਦਾ। ਤੁਸੀਂ ਨਾਵੀਂ ਥਾਂ ਤੇ ਬੈਠੇ ਹੋ ਤੇ ਪਾਤਸ਼ਾਹ ਕੈਦ ਵਿੱਚ ਆ ਕੇ ਬੈਠ ਗਏ। ਇੱਥੇ ਪਾਣੀ ਨਹੀਂ, ਪ੍ਰਸ਼ਾਦਾ ਨਹੀਂ, ਕਿਹੋ ਜੀ ਹਾਲਤ ਹੈ, ਮਜ਼ਦੂਰਾਂ ਵਾਂਗ ਆ ਕੇ ਇੱਥੇ ਤਾੜ ਕੇ ਰੱਖਿਆ ਹੋਇਆ, ਪਸ਼ੂਆਂ ਦੇ ਵਾਂਗ। ਤੁਸੀਂ ਤੇ ਮਹਾਰਾਜ ਗੁਰੂ ਘਰ ਦੀ ਵਡਿਆਈ ਘੱਟ ਪੈ ਕਰਦੇ ਹੋ। ਇਹ ਗੱਲ ਮਤੀ ਦਾਸ ਜੀਆਂ ਨੇ ਆਖੀ ਹੈ। अपर नरन सम हवै तुम ਤੇ वैसे, ਸਤਿਗੁਰੂ ਪਾਤਸ਼ਾਹ ਹੋਰਾਂ ਬੰਦਿਆਂ ਵਾਂਗ, ਜਿਵੇਂ ਹੋਰ ਲੋਕ, ਕੋਈ ਆਮ ਬੰਦਾ ਹੁੰਦਾ ਨਾ, ਕੈਦੀ ਕੋਈ, ਹੁਣ ਆਮ ਬੰਦੇ ਦਾ ਤੇ ਜ਼ੋਰ ਨਹੀਂ ਹੈ, ਉਹਨੇ ਤੇ ਕੈਦ ਵਿੱਚ ਪੈ ਕੇ ਦੁੱਖ ਲੈਣੇ ਨੇ, ਦੁੱਖ ਝੱਲਣੇ ਨੇ, ਪਰ ਤੁਸੀਂ ਤੇ ਮਹਾਰਾਜ ਸਮਰੱਥ ਹੋ। लखें अबल अपजस जग ਤੇ तैसे, ਸਤਿਗੁਰੂ ਪਾਤਸ਼ਾਹ ਜੀ ਲਖੇ ਅਬਲ, ਤੁਹਾਨੂੰ ਬਲ ਤੋਂ ਰਹਿਤ ਜਾਣਦੇ ਨੇ ਮੁਗਲ। ਇਹਨਾਂ ਨੂੰ ਨਹੀਂ ਪਤਾ ਵੀ ਤੁਸੀਂ ਕਿੱਡੇ ਕਰਾਮਾਤੀ ਹੋ, ਕਿੱਡੇ ਸ਼ਕਤੀਸ਼ਾਲੀ ਹੋ, ਕਿੱਡੇ ਤਾਕਤਵਰ ਹੋ। ਇਹ ਤੁਹਾਨੂੰ ਅਬਲ ਜਾਣ ਕੇ, ਅਸਮਰੱਥ ਜਾਣ ਕੇ ਪਾਤਸ਼ਾਹ ਤੁਹਾਡਾ ਅਪਜਸ ਕਰਦੇ ਪਏ, ਤੁਹਾਡੀ ਨਿੰਦਿਆ ਕਰਦੇ, ਤੁਹਾਡਾ ਨਿਰਾਦਰ ਕਰਦੇ। ਤੇ ਪਾਤਸ਼ਾਹ ਕਿਉਂ ਨਹੀਂ ਤੁਸੀਂ ਇਸ ਗੱਲ ਨੂੰ ਵਿਚਾਰਦੇ ਹੋ? तुर्केश्वर संतन को दोखी, ਇਹ ਜਿਹੜਾ ਮੁਗਲਾਂ ਦਾ ਰਾਜਾ ਹੈ ਨਾ, ਔਰੰਗਜ਼ੇਬ, ਇਹ ਇਕੱਲਾ ਤੁਹਾਨੂੰ ਨਹੀਂ ਦੁੱਖ ਦਿੰਦਾ। ਮਹਾਰਾਜ ਤੁਹਾਡੇ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਕੁ ਸੰਤ ਇਹਨੇ ਕਤਲ ਕੀਤੇ, ਕਿੰਨੇ ਕੁ ਫਕੀਰ ਇਹਨੇ ਕਤਲ ਕੀਤੇ, ਕਿੰਨੇ ਕੁ ਰੱਬ ਦਾ ਨਾਮ ਲੈਣ ਵਾਲੇ ਇਹਨੇ ਕਤਲ ਕੀਤੇ। ਇਹ ਤੇ ਸੰਤਾਂ ਸਾਧੂਆਂ ਦਾ ਦੁਖੀ ਹੈ, ਐਸਾ ਇਹ ਪਾਪੀ ਬਾਦਸ਼ਾਹ ਹੈ। इसको मिले ना को जन रोकी, ਤੇ ਸਤਿਗੁਰੂ ਪਾਤਸ਼ਾਹ ਇਹਨੂੰ ਮਿਲਿਆ ਕੋਈ ਨਹੀਂ ਨਾ, ਅੱਗੋਂ ਟੱਕਰ ਦੇਣ ਵਾਲਾ ਮਿਲਿਆ ਨਹੀਂ। ਕਿਉਂਕਿ ਜਿਹੜੇ ਵੀ ਸੰਤ ਆਏ ਨੇ ਸ਼ਹੀਦ ਕਰ ਦਿੱਤੇ, ਜਿਹੜੇ ਵੀ ਫਕੀਰ ਆਏ ਉਹ ਕਤਲ ਕਰ ਦਿੱਤੇ। ਇਹਨੂੰ ਕੋਈ ਅੱਗੋਂ ਟੱਕਰ ਦੇਣ ਵਾਲਾ, ਅੱਗੋਂ ਦੱਸਣ ਵਾਲਾ ਨਹੀਂ ਮਿਲਿਆ ਵੀ ਹਾਂ ਸਿੱਧਾ ਹੋ ਔਰੰਗਜ਼ੇਬ, ਤੇਰੇ ਨਾਲ ਅਸੀਂ ਕੀ ਕਰ ਸਕਦੇ। ਮਹਾਰਾਜ ਬਰਾਬਰ ਦਾ ਕੋਈ ਨਹੀਂ ਨਾ ਮਿਲਿਆ, ਤਾਂ ਇਹ ਔਰੰਗਜ਼ੇਬ ਸਾਰਿਆਂ ਨੂੰ ਦੁੱਖ ਦਿੰਦਾ ਹੈ। ਇਹ ਮਤੀ ਦਾਸ ਮਹਾਰਾਜ ਨੂੰ ਆਖਦਾ ਹੈ। जे अबराबर आज्ञा पावो, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਓ, ਜੇ ਤੁਸੀਂ ਕੁਝ ਨਹੀਂ ਨਾ ਕਰਨਾ ਤੇ ਕੁਝ ਨਾ ਕਰੋ, ਪਰ ਮੈਨੂੰ ਆਗਿਆ ਦਿਓ ਮਹਾਰਾਜ, ਹੁਕਮ ਕਰੋ। ਮੈਨੂੰ ਤੁਹਾਡੇ ਹੁਕਮ ਦੀ ਲੋੜ ਹੈ, ਆਪਣਾ ਹੁਕਮ ਮੈਨੂੰ ਬਖਸ਼ਿਸ਼ ਕਰੋ। ऐसी करामात दिखरावो, ਸਤਿਗੁਰੂ ਪਾਤਸ਼ਾਹ ਮੈਂ ਆ ਤੁਹਾਡਾ ਸਿੱਖ, ਜੇ ਤੁਹਾਡੀ ਆਗਿਆ ਹੋ ਜਾਵੇ, ਤੁਸੀਂ ਨਹੀਂ ਕਰਾਮਾਤ ਵਿਖਾਉਣੀ, ਨਹੀਂ ਕਿਸੇ ਨੂੰ ਕੁਝ ਕਹਿਣਾ ਤੇ ਨਾ ਕਹੋ, ਪਰ ਆਗਿਆ ਦਿਓ। ਮੇਰੇ ਵਿੱਚ ਇੰਨੀ ਤਾਕਤ ਹੈ,
ਮੈਂ ਇਹੋ ਜਿਹਾ ਇਹਨਾਂ ਨੂੰ ਦਿਨੇ ਤਾਰੇ ਵਿਖਾਵਾਂਗਾ ਵੀ ਇਹ ਯਾਦ ਕਰਨਗੇ ਵੀ ਕਿਵੇਂ ਸਾਧੂਆਂ ਦੇ ਨਾਲ ਮੱਥਾ ਲਾਈਦਾ, ਕਿਵੇਂ ਸੰਤਾਂ ਨੂੰ ਕੈਦ ਕਰੀਦਾ, ਕਿਵੇਂ ਫਕੀਰਾਂ ਨੂੰ ਕਤਲ ਕਰੀਦਾ। ਮਹਾਰਾਜ ਜੇ ਤੁਹਾਡੀ ਆਗਿਆ ਹੋ ਜਾਵੇ ਨਾ, ਭਾਈ ਮਤੀ ਦਾਸ ਦੀਵਾਨ ਗੁਰੂ ਘਰ ਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਨਾਲ ਬਚਨ ਕਰ ਰਿਹਾ, ਪਾਤਸ਼ਾਹ ਆਗਿਆ ਦਿਓ, ਮੈਂ ਇਹੋ ਜਿਹੀ ਕਰਾਮਾਤ ਦਿਖਾਵਾਂਗਾ। ਉਹਦੇ ਨਾਲ ਫਿਰ ਕੀ ਹੋ ਸਕਦਾ ਹੈ? ਜਿਤਕ ਮੁਹੰਮਦ ਉਮਤ ਸਾਰੀ, ਜਿੰਨੀ ਮੁਹੰਮਦ ਸਾਹਿਬ ਦੀ ਉਮਤ ਹੈ, ਮੁਹੰਮਦ ਸਾਹਿਬ ਦੀ ਸੰਗਤ ਹੈ, ਜਾਂ ਹਜ਼ਰਤ ਮੁਹੰਮਦ ਦੀ ਜਿੰਨੀ ਵੀ ਕੌਮ ਹੈ, ਜਾਂ ਆਪਾਂ ਸਿੱਧਾ ਕਹਿ ਲਈਏ ਕਿ ਜਿੰਨੇ ਵੀ ਮੁਸਲਮਾਨ ਨੇ, ਜਿੰਨੇ ਵੀ ਇਸਲਾਮ ਨੂੰ ਮੰਨਣ ਵਾਲੇ ਨੇ, ਜਿੰਨੇ ਵੀ ਉਸਨੇ ਪੈਦਾ ਕੀਤੇ ਹਨ, ਸਭ ਕੇ ਸਿਰ ਫੂਟਾਂ ਇੱਕ ਤੇ ਵਾਰੀ, ਸਾਰਿਆਂ ਦੇ ਸਿਰ ਇੱਕੇ ਵਾਰੀ ਪਾੜ ਜਾਣਗੇ। ਮੇਰੇ ਵਿੱਚ ਇੰਨੀ ਤਾਕਤ ਹੈ, ਤੁਹਾਡੇ ਹੁਕਮ ਦੀ ਲੋੜ ਹੈ। ਮਹਾਰਾਜ ਇੱਥੇ ਬੈਠਿਆਂ ਐਸੋ ਹੀ ਕਲਾ ਵਰਤਾਵਾਂਗਾ, ਜਿੰਨੇ ਮੁਸਲਮਾਨ ਨੇ ਬੈਠਿਆਂ ਸਾਰਿਆਂ ਦੇ ਸਿਰ ਹੀ ਫਟ ਜਾਣਗੇ, ਕੋਈ ਜਿਉਂਦਾ ਨਹੀਂ ਰਹੇਗਾ। ਹਜ਼ਰਤ ਮੁਹੰਮਦ ਸਾਹਿਬ ਦੀ ਸਾਰੀ ਕੌਮ, ਸਾਰਾ ਧਰਮ ਮੈਂ ਗਰਕ ਕਰ ਦਿਆਂਗਾ, ਨਸ਼ਟ ਕਰ ਦਿਆਂਗਾ, ਪਰ ਕੇਵਲ ਤੁਹਾਡੀ ਕਿਰਪਾ ਚਾਹੀਦੀ ਹੈ। ਮਹਾਰਾਜ ਤੁਸੀਂ ਮੈਨੂੰ ਆਗਿਆ ਦੇਣੀ ਕਰੋ। ਮੰਗਾ ਕਹਿਰ ਕਹਿਰ ਦਿਖ ਰਾਉ, ਸਤਿਗੁਰੂ ਪਾਤਸ਼ਾਹ ਇਹ ਲੋਕ ਕਹਿਰ ਮੰਗਦੇ ਪਏ ਨੇ, ਆਪ ਮੰਗਦੇ ਪਏ। ਜਦੋਂ ਇਹ ਕਹਿਰ ਮੰਗਦੇ ਪਏ ਤਾਂ ਫਿਰ ਕਹਿਰ ਕਰਕੇ ਵਿਖਾਈਏ ਨਾ ਇਹਨਾਂ ਨੂੰ। ਇਹ ਮੰਗਦੇ ਪਏ ਕਰਾਮਾਤ, ਤੇ ਕਰਾਮਾਤ ਨਾਮ ਹੈ ਕਹਿਰ ਦਾ। ਪਾਤਸ਼ਾਹ ਇਹ ਕਹਿਰ ਮੰਗਦੇ ਪਏ, ਆਪ ਜੀ ਹੁਕਮ ਕਰੋ, ਮੈਂ ਇਹੋ ਜਿਹਾ ਕਹਿਰ ਇਹਨਾਂ 'ਤੇ ਪਾਵਾਂਗਾ ਵੀ ਇਹ ਯਾਦ ਕਰਨਗੇ ਵੀ ਸੰਤਾਂ ਸਾਧੂਆਂ ਨੂੰ ਕਿਵੇਂ ਦੁੱਖ ਦਈਦਾ ਹੈ। ਨਾਸ਼ ਕਰੋ ਐਨ ਸਫਾ ਉਠਾਉ, ਤੇ ਮਹਾਰਾਜ ਮੈਂ ਨਾਸ ਕਰ ਦਿਆਂਗਾ। ਰਾਜ ਭਾਗ ਦੀਆਂ ਸਫਾ ਹੀ ਖਤਮ ਹੋ ਜਾਣਗੀਆਂ। ਨਾ ਰਾਜ ਭਾਗ ਦੀਆਂ ਕੁਰਸੀਆਂ ਲਾਉਣ ਵਾਲਾ ਰਹੇਗਾ, ਨਾ ਕੋਈ ਰਾਜ ਕਰਨ ਵਾਲਾ ਰਾਜਾ ਰਹੇਗਾ, ਨਾ ਕੋਈ ਹੁਕਮ ਕਰਨ ਵਾਲਾ ਮੰਤਰੀ ਰਹੇਗਾ, ਨਾ ਕੋਈ ਸਲਾਮ ਕਰਨ ਵਾਲਾ ਸਿਪਾਹੀ ਰਹੇਗਾ, ਨਾ ਕਚਹਿਰੀਆਂ ਲੱਗਣ ਵਾਲੀਆਂ ਜਗ੍ਹਾ ਰਹਿਣਗੀਆਂ। ਪਾਤਸ਼ਾਹ ਸਫਾਈ ਖਤਮ ਕਰ ਦਿਆਂਗਾ, ਰਹਿਣ ਹੀ ਕੋਈ ਨਹੀਂ ਦਿਆਂਗਾ, ਨਾਮੋ ਨਿਸ਼ਾਨ ਮਿਟਾ ਦਿਆਂਗਾ। ਆਪ ਜੀ ਕਿਰਪਾ ਕਰੋ। ਮਤੀ ਦਾਸ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਕੈਦ ਵਿੱਚ ਬੈਠਿਆਂ ਵੇਖ ਕੇ ਗੁੱਸੇ ਵਿੱਚ ਆ ਕੇ ਇਹ ਬਚਨ ਕਹਿ ਰਿਹਾ, ਪਾਤਸ਼ਾਹ ਹੁਕਮ ਕਰੋ, ਮੈਂ ਇਹਨਾਂ ਨੂੰ ਨਾਸ ਤੋਂ ਨਬੂਦ ਕਰ ਦਿਆਂਗਾ, ਰਹਿਣ ਨਹੀਂ ਦੇਵਾਂਗਾ, ਤੁਹਾਡੇ ਹੁਕਮ ਦੀ ਲੋੜ ਹੈ। ਰਾਉ ਰੰਕ ਹੋਏ ਦੁਸ਼ਟ ਨਾ ਫੇਰਾ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀਓ, ਰਾਜਾ ਕੇ ਕੰਗਾਲ, ਫਿਰ ਭਾਵੇਂ ਕੋਈ ਦੁਸ਼ਟ ਕਿਉਂ ਨਾ ਹੋਵੇ, ਭਾਵੇਂ ਕੋਈ ਰਾਜਾ, ਭਾਵੇਂ ਕੋਈ ਗਰੀਬ ਹੈ, ਭਾਵੇਂ ਕੋਈ ਦੁਸ਼ਟ ਹੈ, ਸਾਰਿਆਂ ਨੂੰ ਐਸੀ ਸਜ਼ਾ ਦੇਵਾਂਗਾ ਵੀ ਇਹ ਮੁੜ ਕੇ ਉੱਠਣ ਦੀ ਜ਼ਰੂਰਤ ਨਹੀਂ ਕਰਨਗੇ। ਚਿਤਵੈ ਬੁਰਾ ਨਾ ਸੰਤਨ ਕੇਰਾ, ਤੇ ਇਹ ਮੈਂ ਸਜ਼ਾ ਇਹੋ ਜਿਹੀ ਦੇਵਾਂਗਾ, ਆਉਣ ਵਾਲੇ ਸਮੇਂ ਵਿੱਚ ਇੱਕ ਉਦਾਹਰਣ ਬਣ ਜਾਏਗੀ। ਜਦੋਂ ਕੋਈ ਸੰਤਾਂ ਨੂੰ ਦੁੱਖ ਦੇਵੇਗਾ ਨਾ, ਉਦੋਂ ਚੇਤਾ ਆਵੇਗਾ ਵੀ ਇੱਕ ਮਤੀ ਦਾਸ ਨਾਮ ਦਾ ਸਿੱਖ ਸੀ, ਉਹਨੇ ਸੰਤਾਂ ਨੂੰ ਦੁੱਖ ਦੇਣ ਵਾਲੇ ਨੂੰ ਬੜੀ ਸਜ਼ਾ ਦਿੱਤੀ ਸੀ। ਆਉਣ ਵਾਲੇ ਸਮੇਂ ਵਿੱਚ ਜੇ ਕੋਈ ਗਰੀਬ ਨੂੰ ਦੁੱਖ ਦੇਵੇਗਾ ਤੇ ਲੋਕ ਯਾਦ ਕਰਨਗੇ, ਨਹੀਂ ਦੁੱਖ ਨਹੀਂ ਦੇਣਾ, ਮਤੀ ਦਾਸ ਵਰਗਾ ਕੋਈ ਸਿੱਖ ਸੀ, ਉਹਨੇ ਬੜੀ ਵੱਡੀ ਸਜ਼ਾ ਦਿੱਤੀ ਹੈ। ਇਹੋ ਜਿਹੀ ਸਜ਼ਾ ਦੇਵਾਂਗਾ, ਆਉਣ ਵਾਲੇ ਸਮੇਂ ਵਿੱਚ ਮਹਾਰਾਜ ਉਦਾਹਰਣ ਬਣ ਜਾਏਗੀ। ਲੋਕ ਸੰਤਾਂ ਸਾਧੂਆਂ ਨੂੰ ਹੱਥ ਪਾਉਣ ਤੋਂ ਪਹਿਲਾਂ ਕੰਬਿਆ ਕਰਨਗੇ, ਸੋਚਿਆ ਕਰਨਗੇ ਇਹਦਾ ਇੰਜਾਮ ਕੀ ਹੋਵੇਗਾ। ਐਸੀ ਸਜ਼ਾ ਮੈਂ ਇਹਨਾਂ ਨੂੰ ਦੇਣੀ ਹੈ। ਜੇ ਸਭ ਕੀ ਆਗਿਆ ਦਿਓ ਨਹੀਂ, ਮਹਾਰਾਜ ਚਲੋ ਇਹ ਤੇ ਵੱਡੀ ਗੱਲ ਹੈ ਨਾ ਵੀ ਸਾਰੀ ਕੌਮ ਦੇ ਹੀ ਸਿਰ ਪਾੜ ਦਿਆਂਗਾ, ਪਰ ਜੇ ਤੁਹਾਨੂੰ ਲੱਗਦਾ ਵੀ ਸਾਰੀ ਕੌਮ ਨੇ ਕੁਝ ਨਹੀਂ ਵਿਗਾੜਿਆ, ਸਾਰਿਆਂ ਨੂੰ ਨਹੀਂ ਮਾਰਨਾ ਚਾਹੀਦਾ, ਜੇ ਤੁਸੀਂ ਇਹ ਵੱਡੀ ਆਗਿਆ ਨਹੀਂ ਨਾ ਦਿੰਦੇ, ਮੰਗੀ ਤੇ ਮੈਂ ਵੱਡੀ ਹੈ, ਪਰ ਜੇ ਤੁਸੀਂ ਇਹ ਆਗਿਆ ਨਹੀਂ ਦਿੰਦੇ, ਇਹ ਕੰਮ ਨਹੀਂ ਕਰਨਾ, ਤੇ ਫਿਰ ਮਹਾਰਾਜ ਸੁਣਨਾ ਕਰੋ। ਬ੍ਰਿੰਦ ਜਮਨ ਰਾਖਣ ਚਿਤ ਚਾਹੀ, ਤੇ ਮਹਾਰਾਜ ਜੇ ਤੁਸੀਂ ਇਹਨਾਂ ਮੁਗਲਾਂ ਨੂੰ ਰੱਖਣਾ ਚਾਹੁੰਦੇ ਹੋ ਵੀ ਸਾਰੇ ਨਾ ਮਾਰੀਏ, ਚਲੋ ਕੁਝ ਰੱਖ ਲਈਏ, ਤੁਸੀਂ ਤੇ ਦਇਆਵਾਨ ਸਤਿਗੁਰੂ ਹੋ ਨਾ, ਤੁਸੀਂ ਤੇ ਨਹੀਂ ਮਾਰਨ ਵਾਸਤੇ ਆਖੋਗੇ। ਮਹਾਰਾਜ ਜੀ ਇਹਨਾਂ ਮੁਗਲਾਂ ਨੂੰ ਤੁਸੀਂ ਰੱਖਣ ਦੀ ਗੱਲ ਕਰਦੇ ਹੋ, ਪੁਰਖਾ ਧਮ ਸੰਤਨ ਦੁਖਦਾਈ, ਤੇ ਪਰ ਮਹਾਰਾਜ ਜਿਹੜੇ ਪੁਰਖ ਅਦਮ ਨੀਚ ਪੁਰਖ ਨੇ ਨਾ, ਸੰਤਾਂ ਨੂੰ ਦੁੱਖ ਦੇਣ ਵਾਲੇ, ਮਾੜਾ ਬੋਲਣ ਵਾਲੇ, ਗਾਲ ਦੇਣ ਵਾਲੇ, ਧਰਮ ਦੀ ਕਮਾਈ ਨਾ ਕਰਨ ਵਾਲੇ, ਨਮਾਜ਼ ਨਾ ਪੜ੍ਹਨ ਵਾਲੇ, ਕਾਮੀ, ਕ੍ਰੋਧੀ, ਵਿਭਚਾਰੀ, ਇਹੋ ਜਿਹੇ ਜਿਹੜੇ ਦੁਸ਼ਟ ਲੋਕ ਹੁੰਦੇ ਧਰਮ ਦੇ ਵਿੱਚ, ਰਾਜ ਸਹਿਤ ਇਸ ਦਿਉ ਬਿਨ ਸਾਈ, ਤੇ ਮਹਾਰਾਜ ਫਿਰ ਆਗਿਆ ਦਿਓ, ਮੈਂ ਸਮੇਤ ਰਾਜ ਦੇ ਚੋਕੇ ਇਹਨਾਂ ਨੂੰ ਖਤਮ ਕਰ ਦਿਆਂ। ਜੇ ਤੁਸੀਂ ਆਖਦੇ ਹੋ ਵੀ ਸਾਰਾ ਧਰਮ ਨਹੀਂ ਖਤਮ ਕਰਨਾ ਚਾਹੀਦਾ ਤੇ ਨਹੀਂ ਕਰਦਾ, ਪਰ ਜਿਹੜੇ ਧਰਮ ਦੇ ਵਿੱਚ ਮਾੜੇ ਬੰਦੇ ਹੁੰਦੇ ਨਾ, ਪਾਪੀ ਲੋਕ, ਨਾ ਆਪ ਟਿਕ ਕੇ ਬੈਠਦੇ, ਨਾ ਦੂਜੇ ਨੂੰ ਟਿਕ ਕੇ ਬੈਠਣ ਦਿੰਦੇ, ਮਹਾਰਾਜ ਜੇ ਹੁਕਮ ਹੋਵੇ ਤੇ ਮੈਂ ਪਾਪੀਆਂ ਨੂੰ ਨਾਸ ਕਰ ਦਿੰਦਾ। ਨਾ ਔਰੰਗਜ਼ੇਬ ਰਹੇਗਾ, ਨਾ ਔਰੰਗਜ਼ੇਬ ਦੇ ਇਹੋ ਜਿਹੇ ਕਾਜੀ ਰਹਿਣਗੇ, ਨਾ ਇਹਦੇ ਵਜ਼ੀਰ ਰਹਿਣਗੇ, ਮਹਾਰਾਜ ਸਾਰਿਆਂ ਨੂੰ ਮੈਂ ਖਤਮ ਕਰ ਦਿਆਂਗਾ। ਚਲੋ ਵੱਡੀ ਆਗਿਆ ਨਹੀਂ ਦੇਣੀ ਤੇ ਮਹਾਰਾਜ ਆ ਛੋਟੀ ਆਗਿਆ ਦੇ ਦਿਓ, ਇੰਨਾ ਕੋ ਹੁਕਮ ਤੇ ਕਰ ਦਿਓ ਵੀ ਮੈਂ ਪਾਪੀਆਂ ਨੂੰ ਸਜ਼ਾ ਦੇ ਸਕਾਂ। ਮਤੀ ਦਾਸ ਕੀ ਸੁਨ ਅਸਬਾਨੀ, ਸਤਿਗੁਰੂ ਪਾਤਸ਼ਾਹ ਸੁਣਦੇ ਪਏ। ਮਹਾਰਾਜ ਮਤੀ ਦਾਸ ਦੇ ਬਚਨ ਨਾ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸੁਣ ਲੈ।
ਤੇ ਸੁਣ ਕੇ ਫਿਰ ਮਹਾਰਾਜ ਸਾਹਿਬ ਜੀ ਹਿਰਦੈ ਵਿਚਾਰ ਕੀਨ ਗੁਣ ਖਾਨੀ। ਗੁਣਾਂ ਦੀ ਖਾਨ, ਗੁਣਾਂ ਦਾ ਸਰੂਪ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਸੋਚਣ ਲੱਗ ਪਏ ਕਿ ਅਸੀਂ ਇੰਨਾ ਕੁਝ ਹੁੰਦਿਆਂ ਹੋਇਆਂ ਚੁੱਪ ਕਰਕੇ ਦੁੱਖ ਨੂੰ ਸਹਿੰਦੇ ਪਏ ਹਾਂ। ਸਾਡਾ ਸਿੱਖ ਕਰਾਮਾਤੀ ਹੋ ਗਿਆ, ਇਹ ਕਰਾਮਾਤ ਵਿਖਾਉਣ ਦੀ ਗੱਲ ਕਰਦਾ ਪਿਆ, ਇਹ ਸਾਡਾ ਦੁੱਖ ਵੇਖ ਨਹੀਂ ਸਕਦਾ। ਇਹਨਾਂ ਗੱਲਾਂ ਨੂੰ ਵਿਚਾਰ ਕੇ ਗੁਣਾਂ ਦੀ ਖਾਨ ਮਹਾਰਾਜ ਸਾਹਿਬ ਜੀ ਸ਼ਕਤ ਧਰੈ ਔਰ ਜਰੀ ਨ ਜਾਏ। ਮਹਾਰਾਜ ਜਾਣ ਗਏ ਕਿ ਮਤੀ ਦਾਸ ਕੋਲ ਸ਼ਕਤੀ ਤੇ ਆ ਗਈ ਹੈ, ਕਰਾਮਾਤ ਤੇ ਆ ਗਈ ਹੈ, ਪਰ ਕਰਾਮਾਤ ਇਹਦੇ ਕੋਲੋਂ ਸਾਂਭੀ ਨਹੀਂ ਜਾ ਰਹੀ। ਵਿਖਾਉਣਾ ਚਾਹੁੰਦਾ ਹੈ, ਉਹਨੂੰ ਸਾਂਭ ਕੇ ਨਹੀਂ ਰੱਖਣਾ ਆਉਂਦਾ। ਇਸ ਤਰ੍ਹਾਂ ਮਹਾਰਾਜ ਜੀਆਂ ਨੇ ਸਮਝ ਕੇ ਅਮਰੋ ਆਸ਼ਾ ਨਹੀਂ ਲਿਖਾਏ। ਤੇ ਸਤਿਗੁਰੂ ਜਾਣਦੇ ਵੀ ਸਾਡਾ ਸਿਧਾਂਤ ਇਹਨੇ ਜਾਣਿਆ ਨਹੀਂ। ਸੇਵਾ ਤੇ ਕੀਤੀ ਹੈ, ਸਿਮਰਨ ਤੇ ਕੀਤਾ, ਕਰਾਮਾਤ ਤੇ ਆ ਗਈ ਹੈ, ਪਰ ਇਹ ਨਹੀਂ ਸਮਝਿਆ ਵੀ ਮਹਾਰਾਜ ਕੀ ਚਾਹੁੰਦੇ ਨੇ। ਜੇ ਕਰਾਮਾਤ ਹੀ ਵਿਖਾਉਣੀ ਹੈ, ਨਸ਼ਟੀ ਕਰਨਾ, ਤੇ ਫਿਰ ਮਹਾਰਾਜ ਨੂੰ ਦਿੱਲੀ ਜਾਣ ਦੀ ਕੀ ਲੋੜ ਹੈ? ਇੱਕ ਬਚਨ ਕਰਦੇ ਸਭ ਕੁਝ ਹੋ ਜਾਂਦਾ। ਸਤਿਗੁਰੂ ਵਿਚਾਰਦੇ ਪਏ ਮਨ ਦੇ ਵਿੱਚ, ਮਤੀ ਦਾਸ ਨੂੰ ਸਾਡੇ ਸਿਧਾਂਤ ਦਾ ਨਹੀਂ ਪਤਾ ਲੱਗਾ ਵੀ ਅਸੀਂ ਕੀ ਚਾਹੁੰਦੇ ਹਾਂ। ਇਹਨੂੰ ਗੁਰੂ ਰਜਾ ਦਾ ਨਹੀਂ ਪਤਾ ਲੱਗਾ, ਗੁਰੂ ਆਗਿਆ ਦਾ ਪਤਾ ਨਹੀਂ ਲੱਗਾ ਹੈ। ਬ੍ਰਹਮ ਗਿਆਨ ਮੈਂ ਅਵਲਕ ਕਾਚਾ। ਅਜੇ ਇਹ ਬ੍ਰਹਮ ਗਿਆਨ ਦੇ ਵਿੱਚ ਕੱਚਾ ਹੈ, ਕਿਉਂਕਿ ਬ੍ਰਹਮ ਗਿਆਨ ਦੀ ਵੀ ਇੱਕ ਅਵਸਥਾ ਹੁੰਦੀ ਹੈ ਨਾ। ਉੱਥੇ ਪਹੁੰਚਦਿਆਂ ਜਿਵੇਂ ਕਿ ਘੁਮਿਆਰ ਭਾਂਡਾ ਬਣਾਉਂਦਾ, ਲੁਹਾਰ ਭਾਂਡਾ ਬਣਾਉਂਦਾ, ਉਹ ਭਾਂਡੇ ਨੂੰ ਕੁੱਟ ਕੇ ਨਾਲੇ ਪਕਾਉਂਦਾ, ਨਾਲੇ ਉਹਦੇ ਚਿੱਬ ਕੱਢਦਾ, ਵਿੰਗ ਕੱਢਦਾ, ਵਲ ਕੱਢਦਾ, ਤੇ ਹੌਲੀ ਹੌਲੀ ਉਸ ਭਾਂਡੇ ਨੂੰ ਤਿਆਰ ਕਰ ਦਿੰਦਾ ਹੈ। ਇਸੇ ਤਰ੍ਹਾਂ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਪਹੁੰਚਣ ਵਾਸਤੇ ਕਈ ਤਰ੍ਹਾਂ ਦੀਆਂ ਕਚਿਆਈਆਂ ਜੀਵਨ ਵਿੱਚ ਰਹਿ ਜਾਂਦੀਆਂ, ਉਹਨਾਂ ਕਚਿਆਈਆਂ ਨੂੰ ਦੂਰ ਕਰਨਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜਾਣ ਗਏ ਸਾਡਾ ਸਿੱਖ ਹੈ ਤੇ ਬ੍ਰਹਮ ਗਿਆਨ ਦੀ ਅਵਸਥਾ ਵਾਲਾ, ਪਰ ਹਾਲੇ ਇਹਦੇ ਜੀਵਨ ਵਿੱਚ ਕੁਝ ਕਚਿਆਈ ਹੈ, ਇਹਨੂੰ ਦੂਰ ਕਰਨਾ ਚਾਹੀਦਾ ਹੈ। ਲਖਿਓ ਨਾ ਸਭ ਜਗ ਏਕੋ ਸੱਚ। ਇਸ ਨੇ ਬ੍ਰਹਮ ਗਿਆਨ ਦੀ ਅਵਸਥਾ ਤੇ ਪਾਲੀ ਹੈ, ਪਰ ਇਸ ਨੇ ਦੁਨੀਆ ਵਿੱਚ ਪਰਮੇਸ਼ਰ ਨੂੰ ਨਹੀਂ ਜਾਣਿਆ, ਕਿਉਂਕਿ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਬਰਾਬਰ ਹੋ ਜਾਂਦੀ ਹੈ। ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਇਹ ਬਚਨ ਕੀਤੇ, ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚ ਬਰਾਬਰਤਾ ਹੋ ਜਾਂਦੀ ਹੈ। ਉਹਦੀ ਨਜ਼ਰ ਵਿੱਚ ਕੋਈ ਨੀਵਾਂ, ਕੋਈ ਉੱਚਾ, ਕੋਈ ਗਰੀਬ, ਕੋਈ ਅਮੀਰ ਨਹੀਂ ਰਹਿ ਜਾਂਦਾ, ਉਹ ਸਾਰਿਆਂ ਨੂੰ ਇੱਕੋ ਜਿਹਾ ਹੀ ਸਮਝਦਾ ਹੈ। ਸੋ ਇਹ ਬ੍ਰਹਮ ਗਿਆਨੀ ਦੀ ਅਵਸਥਾ ਹੈ। ਮਹਾਰਾਜ ਕਹਿਣ ਲੱਗੇ ਵੀ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਪਹੁੰਚ ਤੇ ਗਿਆ ਸਾਡਾ ਸਿੱਖ ਮਤੀ ਦਾਸ, ਪਰ ਹਾਲੇ ਵੀ ਮੁਗਲਾਂ ਨੂੰ ਵੱਖਰਾ ਹੀ ਵੇਖਦਾ ਪਿਆ, ਹਾਲੇ ਵੀ ਇਹਦੀ ਨਜ਼ਰ ਦੇ ਵਿੱਚ ਪਾਪੀ ਦਿਸਦੇ ਪਏ, ਇਹਨੂੰ ਅਜੇ ਪੱਕਾ ਨਹੀਂ ਹੋਇਆ ਅਵਸਥਾ ਦੇ ਵਿੱਚ। ਇਹਦੀ ਅਵਸਥਾ ਤੇ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜਿਵੇਂ ਸੂਰਜ ਦੀ ਧੁੱਪ ਹੈ। ਧੁੱਪ ਇਹ ਨਹੀਂ ਵੇਖਦੀ ਵੀ ਇੱਥੇ ਫੁੱਲ ਖਿੜਿਆ ਜਾਂ ਇੱਥੇ ਗੰਦਗੀ ਦਾ ਢੇਰ ਪਿਆ, ਧੁੱਪ ਸਾਰਿਆਂ ਨੂੰ ਬਰਾਬਰ ਹੀ ਲੱਗਦੀ ਹੈ। ਬ੍ਰਹਮ ਗਿਆਨ ਦੀ ਅਵਸਥਾ ਐਸੀ ਹੈ ਜਿਵੇਂ ਹਵਾ ਚੱਲਦੀ ਪਈ ਹੈ ਨਾ, ਪੌਣ ਚੱਲਦੀ ਪਈ ਹੈ, ਹਵਾ ਇਹ ਨਹੀਂ ਵੇਖਦੀ ਵੀ ਆਹ ਗਰੀਬ ਹੈ ਇਹਦੇ ਕੋਲ ਨਹੀਂ ਜਾਣਾ, ਆਹ ਅਮੀਰ ਹੈ ਇਹਦੇ ਕੋਲ ਜਾਣਾ। ਹਵਾ ਵੀ ਸਾਰਿਆਂ ਨੂੰ ਬਰਾਬਰ ਲੱਗਦੀ ਹੈ, ਧੁੱਪ ਵੀ ਸਾਰਿਆਂ ਨੂੰ ਬਰਾਬਰ ਰੱਖਦੀ ਹੈ। ਇਸੇ ਤਰ੍ਹਾਂ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਸਾਰੇ ਬਰਾਬਰ ਹੋ ਜਾਂਦੇ, ਕੋਈ ਉੱਚਾ ਨੀਵਾਂ, ਕੋਈ ਗੈਰ, ਕੋਈ ਬਗਾਨਾ, ਕੋਈ ਆਪਣਾ, ਕੋਈ ਪਰਾਇਆ ਰਹਿ ਨਹੀਂ ਜਾਂਦਾ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣਾਈ। ਇਹ ਉਦੋਂ ਅਵਸਥਾ ਬਣਦੀ ਹੈ ਜਦੋਂ ਸਾਰਿਆਂ ਨੂੰ ਪਰਮੇਸ਼ਰ ਦਾ ਰੂਪ ਜਾਣ ਲੈਂਦਾ। ਮਹਾਰਾਜ ਜਾਣ ਗਏ ਕਿ ਭਾਈ ਮਤੀ ਦਾਸ ਨੇ ਸਾਰੇ ਸੰਸਾਰ ਵਿੱਚ ਇੱਕ ਪਰਮੇਸ਼ਰ ਨੂੰ ਨਹੀਂ ਜਾਣਿਆ। ਇਹਦੀ ਦ੍ਰਿਸ਼ਟੀ ਵਿੱਚ ਅਜੇ ਭਿੰਨਤਾ ਹੀ ਹੈ, ਵੱਖ-ਵੱਖ ਪ੍ਰਕਾਰ ਦੀ ਇਹਦੀ ਦ੍ਰਿਸ਼ਟੀ ਹੈ। ਕਿਸੇ ਨੂੰ ਮੁਸਲਮਾਨ ਸਮਝਦਾ ਪਿਆ, ਕਿਸੇ ਨੂੰ ਹਿੰਦੂ ਸਮਝਦਾ, ਕਿਸੇ ਨੂੰ ਜ਼ਾਲਮ ਰਾਜਾ ਸਮਝਦਾ, ਕਿਸੇ ਨੂੰ ਇਹ ਬੜਾ ਚੰਗਾ ਸਮਝਦਾ। ਹਾਲੇ ਇਹਦੀ ਦ੍ਰਿਸ਼ਟੀ ਵਿੱਚ ਕਚਿਆਈ ਹੈ। ਉਹ ਮਾਰਤ ਮਰਤਾ ਹੈ ਕੌਣ? ਇਸ ਨੂੰ ਇਹ ਨਹੀਂ ਪਤਾ ਲੱਗਾ ਵੀ ਮਾਰਦਾ ਕੌਣ ਹੈ ਤੇ ਮਰਦਾ ਕੌਣ ਹੈ। ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਤਾ, ਪਰ ਇਹ ਸਮਝ ਲਿਆਈ ਨਹੀਂ ਹੈ। ਅਸਲ ਵਿੱਚ ਬ੍ਰਹਮ ਦੀ ਅਵਸਥਾ ਵਿੱਚ ਨਾ ਕੋਈ ਮਰਨ ਵਾਲਾ ਨਾ ਕੋਈ ਮਾਰਨ ਵਾਲਾ, ਉੱਥੇ ਤੇ ਅਵਸਥਾ ਇਹ ਖਤਮ ਹੋ ਜਾਂਦੀ ਹੈ, ਪਰ ਇਸ ਨੂੰ ਹਾਲੇ ਸਮਝ ਨਹੀਂ ਹੈ। ਬ੍ਰਹਮ ਰੂਪ ਅਦੈਵ ਸਭ ਭੌਨ, ਕਿਉਂਕਿ ਬ੍ਰਹਮ ਰੂਪ ਜਿਹੜਾ ਹੈ ਨਾ, ਉਹ ਸਾਰੇ ਘਟਾਂ ਦੇ ਵਿੱਚ ਇੱਕ ਬ੍ਰਹਮ ਵਿਆਪਕ ਹੈ। ਬ੍ਰਹਮ ਦੀ ਅਵਸਥਾ ਪ੍ਰਾਪਤ ਹੋ ਜਾਣੀ ਸੌਖੀ ਨਹੀਂ ਹੈ, ਸਾਰਿਆਂ ਥਾਵਾਂ ਤੇ ਪਰਮੇਸ਼ਰ ਨੂੰ ਜਾਣਨਾ। ਬ੍ਰਹਮ ਗਿਆਨੀ ਆਪ ਪਰਮੇਸ਼ਰ ਦੀ ਅਵਸਥਾ ਬਣਨੀ ਬੜੀ ਔਖੀ ਹੈ, ਸਾਰਿਆਂ ਵਿੱਚ ਉਸ ਪਰਮੇਸ਼ਰ ਨੂੰ ਜਾਣਨਾ ਹੈ। ਬਿਨ ਇਮ ਜਾਣੇ ਚਾਹਤ ਕਰਿਓ। ਸੋ ਇਸ ਨੇ ਜਾਣਿਆ ਨਹੀਂ ਤਾਂ ਇਹ ਚਾਹੁੰਦਾ। ਹੁਣ ਮਹਾਰਾਜ ਤੇ ਪੂਰੇ ਡਾਕਟਰ ਨੇ ਨਾ, ਪੂਰੇ ਵੈਦ ਨੇ, ਉਹਨਾਂ ਨੂੰ ਪਤਾ ਲੱਗ ਗਿਆ ਵੀ ਮਤੀ ਦਾਸ ਨੂੰ ਹਾਲੇ ਇਹ ਸਮਝ ਆਈ ਨਹੀਂ ਹੈ ਵੀ ਇਸ ਅਵਸਥਾ ਵਿੱਚ ਪਹੁੰਚ ਕੇ ਇਹੋ ਜਿਹਾ ਬਚਨ ਨਹੀਂ ਕਰੀਦੇ। ਇਸ ਅਵਸਥਾ ਵਿੱਚ ਸਾਰਿਆਂ ਨੂੰ ਬਰਾਬਰ ਦੇਖੀਦਾ ਹੈ। ਸੇਵਾ ਤਪ ਤੇਜੈ ਬੜ ਧਰਿਓ। ਇਸ ਨੇ ਸੇਵਾ ਕੀਤੀ ਹੈ, ਸੇਵਾ ਕਰਕੇ ਤਪ ਕੀਤਾ,
ਇਸ ਕਰਕੇ ਤੇਜ ਪ੍ਰਤਾਪ ਤੇ ਇਹਦੇ ਕੋਲ ਆ ਗਿਆ, ਕਰਾਮਾਤ ਤੇ ਆ ਗਈ ਹੈ, ਤਾਕਤ ਤੇ ਆ ਗਈ ਹੈ। ਸਾਡੇ ਸਿੱਖ ਨੇ ਸੇਵਾ ਕਰਕੇ ਤਪ ਕਰਕੇ ਸ਼ਕਤੀ ਤੇ ਪ੍ਰਾਪਤ ਕਰ ਲਈ ਹੈ, ਕਰਾਮਾਤੀ ਤੇ ਹੋ ਗਿਆ ਹੈ, ਪਰ ਇਹ ਨਹੀਂ ਸਮਝ ਸਕਿਆ ਵੀ ਬ੍ਰਹਮ ਗਿਆਨੀ ਨੂੰ ਸਾਰੇ ਬਰਾਬਰ ਹੁੰਦੇ ਹਨ। ਬ੍ਰਹਮ ਗਿਆਨ ਬਿਨ ਉਰ ਹੰਕਾਰੋ। ਜਿੰਨਾ ਚਿਰ ਬ੍ਰਹਮ ਗਿਆਨ ਪੂਰਾ ਮੁਕੰਮਲ ਨਹੀਂ, ਉਹਨਾਂ ਚਿਰ ਹਿਰਦੇ ਵਿੱਚ ਹੰਕਾਰ ਰਹਿ ਜਾਂਦਾ, ਮਾਣ ਰਹਿ ਜਾਂਦਾ ਹੈ, ਤੇ ਜਿੰਨਾ ਚਿਰ ਮਾਣ ਰਹਿ ਜਾਂਦਾ ਉਹਨਾਂ ਚਿਰ ਮੁਕਤੀ ਨਹੀਂ ਮਿਲਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀਆਂ ਨੇ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਦੇ ਸਾਹਮਣੇ ਬਚਨ ਰੱਖਿਆ ਸੀ, ਸਿੱਖ ਪੂਰਾ ਹੋਵੇ ਤੇ ਕਦੇ ਬਚਨ ਤੋਂ ਨਹੀਂ ਹਾਰਦਾ। ਤੇ ਸਤਿਗੁਰੂ ਜਾਣ ਗਿਆ ਵੀ ਮਨ ਵਿੱਚ ਹਉਮੈ ਆ ਗਈ ਹੈ, ਤੇ ਸਤਿਗੁਰਾਂ ਨੇ ਫਿਰ ਇੱਕ ਨਿੱਕਾ ਜਿਹਾ ਕੌਤਕ ਵਰਤਾ ਕੇ ਤੇ ਭਾਈ ਗੁਰਦਾਸ ਜੀਆਂ ਦੀ ਹਉਮੈ ਨੂੰ ਫਿਰ ਮਿਟਿਆ ਸੀ। ਇੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਜਾਣਦੇ ਪਏ ਸਾਡੇ ਸਿੱਖ ਨੇ ਸੇਵਾ ਤੇ ਕੀਤੀ ਹੈ, ਸਿਮਰਨ ਤੇ ਕੀਤਾ, ਤਪ ਤੇ ਕੀਤਾ, ਸ਼ਕਤੀ ਤੇ ਆ ਗਈ ਹੈ, ਪਰ ਨਾਲ ਨਾਲ ਮਨ ਵਿੱਚ ਮਾਣ ਵੀ ਆ ਗਿਆ ਹੈ। ਇਸ ਮਾਣ ਨੂੰ ਦੂਰ ਕਰਨਾ ਚਾਹੀਦਾ, ਹੰਕਾਰ ਨੂੰ ਦੂਰ ਕਰਨਾ ਚਾਹੀਦਾ ਹੈ। ਮਿਟੇ ਨਾ ਕੀਨੇ ਯਤਨ ਹਜ਼ਾਰੋਂ। ਭਾਵੇਂ ਕੋਈ ਬੰਦਾ ਜਿੰਨੇ ਮਰਜ਼ੀ ਯਤਨ ਕਰ ਲੈ ਆਪਣੇ ਆਪ, ਜੇ ਤੁਸੀਂ ਆਪਣੇ ਆਪ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲਵੋ, ਬੇਅੰਤ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਮਨ ਵਿੱਚੋਂ ਹਉਮੈ ਨਹੀਂ ਜਾਂਦੀ ਹੈ। ਸਤਿਗੁਰਾਂ ਨੇ ਬੜਾ ਪਿਆਰਾ ਬਚਨ ਲਿਖਿਆ, ਕਹਿਣ ਲੱਗੇ ਬਿਨ ਹਉ ਤਿਆਗ ਕਹਾਂ ਕੋਊ ਤਿਆਗੀ। ਅਸੀਂ ਇਹ ਗੱਲ ਕਹਿ ਦਿੰਦੇ ਨਾ, ਮੈਂ ਤੇ ਪੈਸੇ ਨੂੰ ਹੱਥ ਨਹੀਂ ਲਾਉਂਦਾ, ਮੈਂ ਤੇ ਪੈਸਾ ਛੱਡ ਦਿੱਤਾ। ਜਦੋਂ ਮੈਂ ਪੈਸਾ ਹੀ ਛੱਡ ਦਿੱਤਾ, ਮੈਂ ਪੈਸੇ ਨਾਲ ਜੁੜਿਆ ਨਹੀਂ ਰਹਿ ਗਿਆ। ਮੈਨੂੰ ਪਰਿਵਾਰ ਦੇ ਮੈਂਬਰਾਂ ਦਾ ਮੋਹ ਨਹੀਂ ਹੈ। ਕਿਉਂ? ਕਿਉਂਕਿ ਮੈਂ ਘਰ ਹੀ ਛੱਡ ਦਿੱਤਾ ਹੈ। ਜਦੋਂ ਘਰ ਹੀ ਛੱਡਿਆ, ਨਾ ਮੈਂ ਆਪਣੇ ਰਿਸ਼ਤੇਦਾਰਾਂ ਨੂੰ, ਪਰਿਵਾਰ ਮੈਂਬਰਾਂ ਨੂੰ ਮਿਲਾਂ, ਨਾ ਮੇਰੇ ਮਨ ਵਿੱਚ ਮੋਹ ਆਵੇ। ਹੁਣ ਮਨ ਵਿੱਚ ਚਾਅ ਇਸ ਗੱਲ ਦਾ ਵੀ ਮੈਂ ਤੇ ਘਰ ਛੱਡਿਆ, ਪਰਿਵਾਰ ਛੱਡਿਆ, ਹੁਣ ਮੈਨੂੰ ਇਹ ਪਰਿਵਾਰ ਦੇ ਮੋਹ ਦਾ ਬੰਧਨ ਨਹੀਂ ਹੈ। ਮਨ ਵਿੱਚ ਖੁਸ਼ੀ ਇਸ ਗੱਲ ਦੀ ਹੈ ਕਿ ਮੈਂ ਪੈਸੇ ਨੂੰ ਹੱਥ ਨਹੀਂ ਲਾਉਂਦਾ, ਮੇਰੇ ਮਨ ਵਿੱਚ ਲੋਭ ਨਹੀਂ ਹੈ। ਪਰ ਮਹਾਰਾਜ ਕਹਿਣ ਲੱਗੇ ਬਿਨ ਹਉ ਤਿਆਗ, ਜਿੰਨਾ ਚਿਰ ਇਹ ਗੱਲ ਨਹੀਂ ਨਾ ਤਿਆਗ ਕਰਦਾ ਵੀ ਮੈਂ ਘਰ ਛੱਡਿਆ, ਮੈਂ ਮਾਇਆ ਛੱਡੀ ਹੈ, ਉਹਨਾਂ ਚਿਰ ਕਹਾਂ ਕੋ ਤਿਆਗੀ, ਉਹਨਾਂ ਚਿਰ ਤੂੰ ਕਾਹਦਾ ਤਿਆਗੀ ਆ ਉਹ ਬੰਦਿਆ। ਭਾਵੇਂ ਘਰ ਛੱਡ ਦਿੱਤਾ, ਮਾਇਆ ਧਨ ਛੱਡ ਦਿੱਤਾ, ਪਰ ਮਨ ਵਿੱਚ ਇਹ ਗੱਲ ਆਉਂਦੀ ਵੀ ਮੈਂ ਛੱਡ ਕੇ ਆਇਆ। ਹੁਣ ਜਿਹੜਾ ਮੈਂ ਛੱਡ ਕੇ ਆਇਆ, ਹੰਕਾਰ ਤੇ ਫਿਰ ਆ ਗਿਆ ਨਾ ਮਨ ਦੇ ਵਿੱਚ। ਸਤਿਗੁਰੂ ਪਾਤਸ਼ਾਹ ਜਾਣਦੇ, ਕਹਿਣ ਲੱਗੇ ਮਿਟੇ ਨਕੀਨੇ ਯਤਨ ਹਜ਼ਾਰੋਂ। ਬੰਦਾ ਹਜ਼ਾਰਾਂ ਯਤਨ ਕਰ ਲਵੇ, ਆਪਣੇ ਆਪ ਹੰਕਾਰ ਮਿਟਦਾ ਨਹੀਂ ਹੈ। ਹੰਕਾਰ ਮਿਟਣ ਵਾਸਤੇ ਗੁਰੂ ਦੀ ਕਿਰਪਾ ਲੈਣੀ ਜ਼ਰੂਰੀ ਹੈ। ਅਹੰ ਚੋਰ ਭਗਤੀ ਧਨ ਲੁਟੇ। ਇਹ ਜਿਹੜਾ ਹੰਕਾਰ ਰੂਪੀ ਚੋਰ ਹੈ ਨਾ ਗੁਰਮੁਖੋ, ਜੇ ਮੰਨ ਲਓ ਤੁਸੀਂ ਆਪਣੇ ਘਰ ਦੇ ਵਿੱਚ ਪੈਸਾ ਕਮਾ ਕੇ ਰੋਜ਼ ਦਿਹਾੜੀ ਕਰਕੇ, ਰੋਜ਼ ਬਿਜ਼ਨਸ ਕਰਕੇ ਮਾਇਆ ਲੈ ਕੇ ਆਉਂਦੇ ਜੇ, ਤੇ ਤੁਹਾਡੇ ਘਰ ਇੱਕ ਪੱਕਾ ਚੋਰ ਲੱਗਾ ਹੋਇਆ, ਜਿੰਨੀ ਮਰਜ਼ੀ ਮਾਇਆ ਬਾਹਰੋਂ ਇਕੱਠੀ ਕਰਕੇ ਲਈ ਆਓ, ਚੋਰ ਨਾਲ ਦੀ ਨਾਲ ਉਹ ਸਫਾਈ ਕਰ ਦੇਵੇਗਾ, ਜੁੜੇਗੀ ਨਹੀਂ ਮਾਇਆ। ਆਉਂਦੀ ਰੋਜ਼ ਪਈ ਹੈ, ਪਰ ਜਾਂਦੀ ਵੀ ਤੇ ਪਈ ਹੈ ਨਾ, ਪਤਾ ਨਹੀਂ ਲੱਗਦਾ ਵੀ ਕੌਣ ਲੈ ਜਾਂਦਾ। ਮਾਇਆ ਉਹਨਾਂ ਚਿਰ ਜੁੜੇਗੀ ਨਹੀਂ ਜਿੰਨਾ ਚਿਰ ਚੋਰ ਨਹੀਂ ਫੜਿਆ ਜਾਂਦਾ। ਚੋਰ ਫੜੇਗਾ ਫਿਰ ਆਉਂਦੀ ਹੋਈ ਮਾਇਆ ਤੇਰੇ ਘਰ ਵਿੱਚ ਰੁਕੇਗੀ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਭਗਤੀ ਕਰ, ਨਾਮ ਜਪ, ਸੇਵਾ ਕਰ, ਸਿਮਰਨ ਕਰ, ਇਕੱਠਿਆਂ ਤੇ ਕਰਦਾ ਪਿਆ, ਪਰ ਨਾਲ ਹੰਕਾਰ ਦਾ ਚੋਰ ਵੀ ਤੇ ਲੱਗਾ ਹੋਇਆ ਨਾ ਵੀ ਮੈਂ ਸੇਵਾ ਕੀਤੀ, ਮੈਂ ਨਾਮ ਜਪਿਆ, ਮੈਂ ਸੰਗਤ ਕੀਤੀ। ਉਹ ਜਿਹੜਾ ਹੰਕਾਰ ਦਾ ਚੋਰ ਹੈ ਉਹ ਨਾਲ ਨਾਲ ਸਮੇਟੀ ਵੀ ਜਾਂਦਾ ਹੈ। ਇੱਕ ਪਾਸੇ ਇਕੱਠਾ ਕਰਦਾ ਪਿਆ, ਦੂਜੇ ਪਾਸੇ ਚੋਰੀ ਹੋਇਆ ਜਾਂਦਾ। ਹੁਣ ਮੰਨ ਲਓ ਸਾਡੇ ਕੋਲ ਭਾਂਡਾ ਫੜਿਆ ਹੋਇਆ, ਭਾਂਡੇ ਵਿੱਚ ਛੇਕ ਹੈ, ਤੇ ਤੁਸੀਂ ਉੱਪਰੋਂ ਜਿੰਨਾ ਮਰਜ਼ੀ ਦੁੱਧ ਪਾਈ ਜਾਓ, ਜਿੰਨਾ ਚਿਰ ਭਾਂਡਾ ਥੱਲਿਓਂ ਟੁੱਟਿਆ ਨਾ ਉਹ ਕਦੇ ਭਰੇਗਾ ਨਹੀਂ। ਉੱਤੋਂ ਪਾਈ ਜਾਂਦੇ ਥੱਲਿਓਂ ਨਿਕਲੀ ਜਾਂਦਾ। ਇਸੇ ਤਰ੍ਹਾਂ ਇਹ ਜਿਹੜਾ ਹੰਕਾਰ ਦਾ ਛੇਦ ਹੈ ਨਾ, ਇਹ ਤੁਹਾਡੇ ਕੋਲ ਸਿਮਰਨ, ਸੇਵਾ, ਭਗਤੀ ਨੂੰ ਭਰਨ ਨਹੀਂ ਦੇਵੇਗਾ। ਭਾਂਡਾ ਭਰੇਗਾ ਹੀ ਨਹੀਂ ਕਦੇ। ਇੱਕ ਪਾਸੇ ਸੇਵਾ ਕਰਦੇ, ਸਿਮਰਨ ਕਰਦੇ, ਨਾਮ ਜਪਦੇ, ਦੂਜੇ ਪਾਸੇ ਹੰਕਾਰ ਆ ਗਿਆ, ਮੈਂ ਕਰਦਾ, ਉਹ ਜਿੰਨਾ ਕੁ ਇਕੱਠਾ ਕੀਤਾ ਉਹਨਾਂ ਕੁ ਨਾਲ ਰੁੜਦਾ ਵੀ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਇਹ ਹੰਕਾਰ ਰੂਪੀ ਚੋਰ ਜਿਸ ਘਰ ਨੂੰ ਲੱਗ ਜਾਂਦਾ ਹੈ, ਉਹਦੇ ਭਗਤੀ ਦੇ ਖਜ਼ਾਨੇ ਨੂੰ ਇਹ ਲੁੱਟ ਕੇ ਲੈ ਜਾਂਦਾ। ਇਸ ਕਰਕੇ ਹੰਕਾਰ ਰੂਪੀ ਚੋਰ ਨੂੰ ਮਾਰਨਾ ਜ਼ਰੂਰੀ ਹੈ। ਬ੍ਰਹਮ ਗਿਆਨ ਕੇ ਬਲ ਕਰ ਛੂਟੇ। ਤੇ ਬ੍ਰਹਮ ਗਿਆਨੀ ਜਿਹੜਾ ਹੈ ਨਾ, ਅਹੰ ਰੂਪ ਜਿਹੜਾ ਸਿੱਖ ਹੈ, ਉਹ ਫਿਰ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਪਹੁੰਚ ਕੇ ਤੇ ਫਿਰ ਹੰਕਾਰ ਰੂਪੀ ਚੋਰ ਤੋਂ ਛੁੱਟਿਆ ਜਾਂਦਾ ਹੈ। ਅਵਸਥਾ ਬਣ ਜਾਵੇ ਫਿਰ ਇਹ ਹੰਕਾਰ ਦਾ ਚੋਰ ਖਹਿੜਾ ਛੱਡਦਾ ਹੈ। ਆਸ ਨਹਿ ਹੋਏ ਕ੍ਰੋਧ ਕੋ ਧਾਰ। ਤੇ ਸਾਡਾ ਸਿੱਖ ਕਿਤੇ ਕ੍ਰੋਧ ਵਿੱਚ ਆ ਕੇ, ਹੁਣ ਮਹਾਰਾਜ ਜਾਣਦੇ ਨਾ ਵੀ ਸਿੱਖ ਨੂੰ ਗੁੱਸਾ ਆ ਗਿਆ, ਸਾਡੇ ਬੱਚਿਆਂ ਵਰਗਾ ਇਹ ਨਾ ਹੋਵੇ ਵੀ ਕਦੇ ਕ੍ਰੋਧ ਵਿੱਚ ਆ ਕੇ, ਕਦੇ ਗੁੱਸੇ ਦੇ ਵਿੱਚ ਆ ਕੇ ਕਰ ਅਜ਼ਮਤ ਗਨ ਦੇਹ ਇੱਕ ਸੰਘਾਰ। ਤੇ ਸ਼ਕਤੀ ਵਿਖਾ ਕੇ ਸੱਚੀ ਮੁੱਚੀ ਨਾ ਮਾਰ ਦੇਵੇ। ਹਜੇ ਤੇ ਇਹਨੇ ਸਾਨੂੰ ਆਖਿਆ ਨਾ ਵੀ ਮਹਾਰਾਜ ਆਗਿਆ ਦਿਓ ਮੈਂ ਸਾਰੇ ਮੁਸਲਮਾਨ ਮੁਕਾ ਦਿਆਂ।
ਮੰਨ ਲਓ ਗੁੱਸਾ ਹੋਰ ਵੱਧ ਜਾਵੇ, ਫਿਰ ਆਖੇ ਵੀ ਮਹਾਰਾਜ ਦੀ ਤੇ ਆਗਿਆ ਦੀ ਲੋੜ ਹੀ ਨਹੀਂ ਹੈ, ਮੈਂ ਤੇ ਆਪੇ ਹੀ ਬੜਾ ਤਾਕਤਵਰ, ਮੈਂ ਤੇ ਆਪ ਹੀ ਸਭ ਕੁਝ ਕਰ ਸਕਦਾ। ਇਹ ਨਾ ਹੋਵੇ ਕਿ ਸਾਡਾ ਸਿੱਖ ਕਿਤੇ ਕੰਟਰੋਲ ਤੋਂ ਬਾਹਰ ਹੀ ਨਾ ਹੋ ਜਾਵੇ। ਹੁਣ ਤੇ ਆਗਿਆ ਮੰਗਦਾ, ਥੋੜੇ ਸਮੇਂ ਬਾਅਦ ਗੁੱਸਾ ਵੱਧ ਗਿਆ, ਆਗਿਆ ਵੀ ਨਾ ਮੰਗੇ, ਕਿਤੇ ਸਾਰੀ ਦੁਨੀਆ ਗਰਕ ਨਾ ਕਰ ਦੇਵੇ, ਕਿਤੇ ਸਾਰਿਆਂ ਨੂੰ ਮਾਰ ਹੀ ਨਾ ਦੇਵੇ। ਇਹ ਗੱਲ ਸੋਚ ਕੇ ਮਹਾਰਾਜ ਜੀ ਇਸ ਤੇ ਸ਼ਕਤ ਨਿਕਾਸੀ ਚਾਹੀਏ, ਇਹਦੇ ਕੋਲੋਂ ਸ਼ਕਤੀ ਖਿੱਚ ਲੈਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਕਿ ਇਹ ਕੋਈ ਕਾਰਨਾਮਾ ਕਰੇ, ਉਸ ਤੋਂ ਪਹਿਲਾਂ ਇਹਦੀ ਸ਼ਕਤੀ ਖਿੱਚ ਲਈਏ, ਵਾਪਸ ਲੈ ਲਈਏ। ਇਹਦੇ ਕੋਲੇ ਤਾਕਤ ਰੱਖਣੀ ਨਹੀਂ ਚਾਹੀਦੀ, ਕਿਉਂਕਿ ਤਾਕਤ ਕਮਜ਼ੋਰ ਹੱਥਾਂ ਵਿੱਚ ਜਦੋਂ ਆ ਜਾਂਦੀ ਹੈ ਨਾ, ਉਦੋਂ ਫਿਰ ਉਹ ਦੁੱਖ ਰੂਪ ਹੋ ਜਾਂਦੀ ਹੈ। ਜਿਹੜਾ ਬੰਦਾ ਨਹੀਂ ਨਾ ਸਾਂਭ ਸਕਦਾ ਉਹਨੂੰ ਤਾਕਤ ਦਿੱਤੀ ਜਾਵੇ, ਜਿਹੜਾ ਬੰਦਾ ਰਾਜ ਨਹੀਂ ਨਾ ਚਲਾ ਸਕਦਾ ਉਹਨੂੰ ਰਾਜ ਦਿੱਤਾ ਜਾਵੇ, ਜਿਹੜਾ ਬੰਦਾ ਧਨ ਨਹੀਂ ਸਾਂਭ ਸਕਦਾ ਉਹਨੂੰ ਧਨ ਦਿੱਤਾ ਜਾਵੇ, ਤੇ ਉਹ ਫਿਰ ਦੁੱਖ ਰੂਪ ਹੀ ਹੋ ਜਾਂਦਾ। ਉਹ ਦੁਨੀਆ ਨੂੰ ਦੁੱਖ ਹੀ ਦੇਵੇਗਾ, ਭਲਾ ਕੋਈ ਨਹੀਂ ਕਰੇਗਾ। ਸਤਿਗੁਰੂ ਜਾਣਦੇ ਪਏ ਸਿੱਖ ਦੇ ਕੋਲ ਕਰਾਮਾਤ ਬਹੁਤੀ ਹੈ, ਜੇ ਇਹਦੇ ਕੋਲੋਂ ਵਾਪਸ ਨਾ ਲਈ ਤੇ ਕੁਝ ਨਾ ਕੋਈ ਤੇ ਜ਼ਰੂਰ ਕਰ ਦੇਵੇਗਾ। ਐਸੀ ਗੱਲ ਵਿਚਾਰ ਕੇ ਫੇਰ ਨਾ ਬੋਲੇ ਚਿੰਤ ਨਾ ਲਹੀ ਤੇ ਹੈ। ਪਾਤਸ਼ਾਹ ਕਹਿੰਦੇ ਜੇ ਇਹਦੀ ਸ਼ਕਤੀ ਖਿੱਚ ਲਈ ਵਾਪਸ, ਫਿਰ ਇਹ ਬੋਲਣ ਜੋਗਾ ਨਹੀਂ ਰਹੇਗਾ, ਨਾ ਸਾਨੂੰ ਚਿੰਤਾ ਰਹੇਗੀ। ਹੁਣ ਤੇ ਸਾਨੂੰ ਫਿਕਰ ਪੈ ਗਿਆ ਹੈ ਨਾ ਕਿ ਸਾਡਾ ਸਿੱਖ ਇਹ ਗੱਲ ਕਹਿੰਦਾ ਪਿਆ ਵੀ ਮਹਾਰਾਜ ਆਗਿਆ ਦਿਓ ਮੈਂ ਦੁਨੀਆ ਖਤਮ ਕਰ ਦਿਆਂ। ਸਾਨੂੰ ਫਿਕਰ ਪੈ ਗਿਆ ਕਿਤੇ ਸਿੱਖ ਇਹ ਕੰਮ ਕਰ ਹੀ ਨਾ ਦੇਵੇ, ਪਰ ਜਦੋਂ ਇਹਦੀ ਸ਼ਕਤੀ ਅਸੀਂ ਖਿੱਚ ਲਵਾਂਗੇ ਤਾਕਤ ਰਵੇਗੀ, ਕੋਈ ਨਹੀਂ, ਫਿਰ ਚਿੰਤਾ ਨਹੀਂ ਰਵੇਗੀ। ਇਹ ਗੱਲਾਂ ਮਹਾਰਾਜ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਭਾਈ ਮਤੀ ਦਾਸ ਦੇ ਸੁਣ ਕੇ ਬਚਨ ਤੇ ਸਤਿਗੁਰੂ ਆਪਣੇ ਮਨ ਵਿੱਚ ਸੋਚਦੇ ਪਏ, ਤੇ ਫਿਰ ਉਸ ਵੇਲੇ ਐਮ ਸਤਿਗੁਰ ਨੇ ਹਿਰਦੇ ਵਿਚਾਰਾ, ਸਤਿਗੁਰੂ ਪਾਤਸ਼ਾਹ ਨੇ ਗੱਲਾਂ ਵਿਚਾਰ ਕੇ ਆਪਣੇ ਮਨ ਦੇ ਵਿੱਚ ਮਤੀ ਦਾਸ ਕੋ ਪਾਸ ਹਕਾਰਾ। ਸਤਿਗੁਰਾਂ ਨੇ ਮਤੀ ਦਾਸ ਨੂੰ ਆਵਾਜ਼ ਮਾਰੀ, ਦੂਰ ਖਲੋਤਾ ਸੀ ਨਾ। ਮਹਾਰਾਜ ਕਹਿੰਦੇ ਮਤੀ ਦਾਸ ਉਰੇ ਆ, ਸਾਡੇ ਨੇੜੇ ਆ। ਇਸ ਤਰ੍ਹਾਂ ਕਹਿ ਕੇ ਆਪਣੇ ਕੋਲ ਬੁਲਾਇਆ ਹੈ। ਓ ਮਮ ਮਿੱਤਰ ਸਹਾਇਕ ਭਾਰੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਤੀ ਦਾਸ ਤੂੰ ਸਾਡਾ ਸਿੱਖ ਵੀ ਹੈ ਔਰ ਸਾਡਾ ਮਿੱਤਰ ਵੀ ਹੈ। ਤੇਰੀ ਸਹਾਇਤਾ ਸਾਨੂੰ ਬਹੁਤ ਮਿਲੀ ਹੈ ਜ਼ਿੰਦਗੀ ਦੇ ਵਿੱਚ, ਤੂੰ ਬਹੁਤ ਸੇਵਾ ਕੀਤੀ ਹੈ ਗੁਰੂ ਘਰ ਦੀ, ਤੂੰ ਬਹੁਤ ਸੇਵਾ ਸਾਡੀ ਵੀ ਕੀਤੀ ਹੈ। ਤੂੰ ਸਾਡਾ ਇਕੱਲਾ ਸਿੱਖ ਨਹੀਂ, ਤੂੰ ਸਾਡਾ ਮਿੱਤਰ ਵੀ ਹੈ। ਸਤਿਗੁਰੂ ਪਾਤਸ਼ਾਹ ਇੰਨੇ ਸਮਰੱਥ ਨੇ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੋ ਗੁਰ ਕੇ ਭਾਣੇ ਵਿੱਚ ਆਵੇ, ਆਪਣ ਭਾਣੇ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਜਿਹੜਾ ਭਾਣੇ ਵਿੱਚ ਨਹੀਂ ਆਉਂਦਾ ਉਹ ਫਿਰ ਚੋਟਾਂ ਖਾਂਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਤੀ ਦਾਸ ਤੂੰ ਸਾਡਾ ਮਿੱਤਰ ਹੈ ਤੇ ਸਾਡੀ ਬੜੀ ਭਾਰੀ ਤੂੰ ਸਹਾਇਤਾ ਕੀਤੀ ਹੈ। ਜਿਸ ਪ੍ਰਕਾਰ ਗਿਰਾ ਉਚਾਰੇ। ਇਹ ਜਿਹੜੀ ਤੂੰ ਹੁਣ ਗੱਲ ਕਹੀ ਹੈ ਨਾ ਮਿੱਤਰਾ, ਹੁਣ ਜਿਹੜੀ ਤੂੰ ਗੱਲ ਕਹੀ ਹੈ ਵੀ ਮਹਾਰਾਜ ਆਗਿਆ ਦਿਓ ਮੈਂ ਸਾਰੇ ਮੁਸਲਮਾਨ ਹੀ ਖਤਮ ਕਰ ਦਿਆਂ, ਜੇ ਉਹ ਆਗਿਆ ਨਹੀਂ ਦੇਣੀ ਤੇ ਫਿਰ ਇਹ ਆਗਿਆ ਦਿਓ ਵੀ ਜਿੰਨੇ ਦੁਨੀਆ ਤੇ ਪਾਪੀ ਨੇ ਮੈਂ ਸਾਰੇ ਖਤਮ ਕਰ ਦਿਆਂ। ਇਹ ਜਿਹੜੀਆਂ ਗੱਲਾਂ ਤੂੰ ਆਖੀਆਂ ਹਨ ਸੋ ਕਰ ਸਕੈ ਕੂਰ ਇਹ ਨਹੀਂ। ਮਹਾਰਾਜ ਵੀ ਇਹ ਤੂੰ ਕਰ ਸਕਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਇਹ ਗੱਲ ਮੰਨਣ ਵਿੱਚ ਆਉਂਦੀ ਹੈ ਵੀ ਤੂੰ ਇਹ ਕਰ ਸਕਦਾ। ਅਸੀਂ ਇਹ ਨਹੀਂ ਕਹਿੰਦੇ ਵੀ ਤੇਰੇ ਕੋਲ ਤਾਕਤ ਨਹੀਂ ਹੈ। ਇਹ ਗੱਲ ਵਿੱਚ ਰਤਾ ਜਿੰਨਾ ਝੂਠ ਨਹੀਂ ਹੈ, ਥੋੜਾ ਜਿੰਨਾ ਝੂਠ ਨਹੀਂ, ਤੂੰ ਇੰਨੀ ਤਾਕਤ ਰੱਖਦਾ, ਇਹ ਕੰਮ ਤੂੰ ਕਰ ਸਕਦਾ ਹੈ। ਸਰਬ ਸੰਘਾਰੈ ਇੱਕ ਛਿਨ ਮਾਹੀ। ਇੱਕ ਛਿਣ ਦੇ ਵਿੱਚ ਜਿੰਨੀ ਤੇਰੇ ਕੋਲ ਸਮਰੱਥਾ ਹੈ ਨਾ ਸੇਵਾ ਕਰਕੇ ਮਿਲੀ ਹੈ, ਤੂੰ ਇੱਕ ਛਿਣ ਦੇ ਵਿੱਚ ਇਹ ਸਭ ਕੁਝ ਕਰ ਸਕਦਾ ਹੈ। ਐਸੇ ਸਮੇਂ ਬਾਕ ਅਸ ਕਹਿਓ। ਤੂੰ ਇਸ ਵੇਲੇ ਇਹ ਬਚਨ ਕੀਤਾ ਹੈ ਜਦੋਂ ਅਸੀਂ ਕੈਦ ਵਿੱਚ ਪਏ ਹੋਏ ਹਾਂ, ਇੱਥੇ ਸਾਨੂੰ ਭੁੱਖ ਤੇ ਪਿਆਸ ਵਾਸਤੇ ਪਾਣੀ ਪ੍ਰਸ਼ਾਦਾ ਨਹੀਂ ਮਿਲਦਾ, ਤੂੰ ਉਸ ਵੇਲੇ ਇਹ ਬਚਨ ਕੀਤੇ ਹਨ। ਆ ਪ੍ਰਸੰਨ ਮੈਂ ਹਿਤ ਨਿਜ ਲਹਿਓ। ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਅਸੀਂ ਖੁਸ਼ ਬੜੇ ਹੋਏ ਹਾਂ ਤੇਰੀ ਇਹ ਗੱਲ ਸੁਣ ਕੇ ਵੀ ਤੂੰ ਸਾਡਾ ਕਿੰਨਾ ਖਿਆਲ ਰੱਖਦਾ, ਤੇਰੇ ਮਨ ਵਿੱਚ ਸਾਡੇ ਪ੍ਰਤੀ ਕਿੰਨਾ ਪਿਆਰ ਹੈ ਵੀ ਤੂੰ ਸਾਡਾ ਦੁੱਖ ਨਹੀਂ ਵੇਖ ਸਕਦਾ। ਇਹ ਗੱਲ ਵੇਖ ਕੇ ਅਸੀਂ ਬੜੇ ਖੁਸ਼ ਹੋਏ ਹਾਂ। ਆਪ ਇਹ ਇੱਛਾ ਸੀਖ ਹਮਾਰੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਇੱਕ ਸਿੱਖਿਆ ਹੈ ਸਾਡੀ, ਉਹ ਨਿੱਕੀ ਜੀ ਵੀ ਹੁਣ ਪੱਲੇ ਬੰਨ੍ਹ ਲਾ। ਤੇਰੀ ਸੇਵਾ ਤੋਂ ਤੇਰੇ ਬਚਨਾਂ ਤੋਂ ਖੁਸ਼ ਤੇ ਬੜੇ ਡਾਢੇ ਹੋ ਗਏ। ਹੁਣ ਸਾਡੀ ਇੱਕ ਸਿੱਖਿਆ ਮਤੀ ਦਾਸ, ਇਹਨੂੰ ਸਿੱਖ ਲੈਣਾ ਕਰ। ਨਮੋ ਕਰੋ ਕਰਤਾਰ ਅਗਾਰੀ। ਅਕਾਲ ਪੁਰਖ ਦੇ ਅੱਗੇ ਜਿਹੜਾ ਪਰਮੇਸ਼ਰ ਹੈ ਨਾ, ਜਿਹਨੇ ਦੁਨੀਆ ਬਣਾਈ ਹੈ, ਉਹਨੂੰ ਹਾਜ਼ਰ ਨਾਜ਼ਰ ਜਾਣ ਕੇ ਦੋਨੇ ਹੱਥ ਜੋੜ ਕੇ ਧਰਤੀ ਤੇ ਸਿਰ ਨਵਾ ਕੇ ਇੱਕ ਵਾਰੀ ਨਮਸਕਾਰ ਕਰ। ਇਹ ਬਚਨ ਮਹਾਰਾਜ ਨੇ ਆਖੇ ਹਨ। ਮਤੀ ਦਾਸ ਸੁਣ ਕੇ ਮਕਰਨ। ਮਤੀ ਦਾਸ ਨੇ ਜਦੋਂ ਸੁਣੇ ਨਾ ਬਚਨ ਵੀ ਮਹਾਰਾਜ ਨੇ ਆਖਿਆ ਵੀ ਨਮਸਕਾਰ ਕਰ, ਤੇ ਉਸ ਵੇਲੇ ਕੰਨਾਂ ਵਿੱਚ ਇਹ ਬਚਨ ਸੁਣ ਕੇ ਕਰੀ ਬੰਦਨਾ ਸਤਿਗੁਰ ਚਰਨਨ। ਉਸ ਵੇਲੇ ਮਤੀ ਦਾਸ ਨੇ ਸੋਚਿਆ ਵੀ ਪਰਮੇਸ਼ਰ ਤੇ ਗੁਰੂ ਹੈ, ਗੁਰੂ ਤੇਗ ਬਹਾਦਰ ਪਾਤਸ਼ਾਹ ਹੀ ਪਰਮੇਸ਼ਰ ਨੇ। ਸਤਿਗੁਰਾਂ ਦੇ ਚਰਨ ਫੜ ਕੇ ਮਤੀ ਦਾਸ ਨੇ ਬੜੀ ਭਾਵਨਾ ਦੇ ਨਾਲ ਸਤਿਗੁਰਾਂ ਨੂੰ ਸਿਰ ਝੁਕਾ ਕੇ ਨਮਸਕਾਰ ਕੀਤੀ ਹੈ। ਤਤਸ਼ਨ ਸ਼ਕਤੀ ਅੰਚਨ ਕੀਨ। ਜਦੋਂ ਮਤੀ ਦਾਸ ਨੇ ਮਹਾਰਾਜ ਦੇ ਚਰਨ ਫੜੇ, ਸਤਿਗੁਰਾਂ ਨੇ ਕਲਾ ਵਰਤਾਈ, ਕਹਿਣ ਲੱਗੇ ਮਤੀ ਦਾਸ ਵਿੱਚ ਜਿਹੜੀ ਤਾਕਤ ਸੀ ਨਾ ਉਸ ਵੇਲੇ ਵੀ ਮੈਂ ਸਾਰੇ ਮੁਗਲਾਂ ਨੂੰ ਖਤਮ ਕਰ ਦਿਆਂਗਾ,
ਸਾਰੇ ਪਾਪੀਆਂ ਨੂੰ ਖਤਮ ਕਰ ਦਿਆਂਗਾ। ਸਤਿਗੁਰਾਂ ਨੇ ਸਭ ਕੁਝ ਆਪਣੇ ਕੋਲ ਖਿੱਚ ਲਿਆ ਹੈ। ਪਾਏ ਜਾਰ ਜਿਉ ਜਲ ਤੇ ਮੀਨ। ਕਹਿਣ ਲੱਗੇ ਵੀ ਜਿਸ ਤਰ੍ਹਾਂ ਕੋਈ ਮਛੇਰਾ, ਹੁਣ ਮੱਛੀ ਜਿਹੜੀ ਹੈ ਨਾ ਪਾਣੀ ਵਿੱਚ ਬੜੀਆਂ ਛਾਲਾਂ ਮਾਰਦੀ ਹੈ, ਬੜੀਆਂ ਹਟਕੇਲੀਆਂ ਕਰਦੀ ਹੈ, ਬੜਾ ਦੌੜਦੀ ਹੈ, ਪਰ ਜੇ ਉਸ ਮੱਛੀ ਨੂੰ ਕੋਈ ਮਛੇਰਾ ਜਾਲ ਪਾ ਕੇ ਬਾਹਰ ਕੱਢ ਲਵੇ ਨਾ ਤੇ ਫਿਰ ਮੱਛੀ ਤੜਫਣ ਲੱਗ ਜਾਂਦੀ, ਉਹਦੀ ਤਾਕਤ ਖਤਮ ਹੋ ਜਾਂਦੀ ਹੈ, ਹੁਣ ਉਹ ਭੱਜ ਨਹੀਂ ਸਕਦੀ। ਮੱਛੀ ਪਾਣੀ ਵਿੱਚ ਦੌੜਾਂ ਤੇ ਬੜੀਆਂ ਲਾਉਂਦੀ ਹੈ, ਭੱਜਦੀ ਤੇ ਬੜਾ ਹੈ, ਪਰ ਜਦੋਂ ਮੱਛੀ ਪਾਣੀ ਤੋਂ ਬਾਹਰ ਆ ਜਾਂਦੀ ਫਿਰ ਇੱਕ ਕਦਮ ਵੀ ਨਹੀਂ ਚੱਲ ਸਕਦੀ। ਭੱਜਦੀ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਪਾਣੀ ਦੇ ਵਿੱਚ ਹੈ, ਬਾਹਰ ਆ ਗਈ ਦੌੜ ਖਤਮ ਹੋ ਗਈ। ਇਸੇ ਤਰ੍ਹਾਂ ਜਿਵੇਂ ਮੱਛੀ ਜਾਲ ਵਿੱਚ ਫਸ ਜਾਂਦੀ, ਉਹਦੀ ਤਾਕਤ ਖਤਮ ਹੋ ਜਾਂਦੀ ਹੈ। ਅੱਜ ਭਾਈ ਮਤੀ ਦਾਸ ਦੀ ਤਾਕਤ ਮਹਾਰਾਜ ਨੇ ਉਸ ਮੱਛੀ ਦੇ ਵਾਂਗ ਖਤਮ ਕਰ ਦਿੱਤੀ ਹੈ। ਵਿਕਸਤ ਮੁਖ ਤੇ ਸਤਿਗੁਰੂ ਕਹਿਓ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਉਸ ਵੇਲੇ ਖੁਸ਼ ਹੋ ਗਿਆ ਜਦੋਂ ਮਹਾਰਾਜ ਨੂੰ ਪਤਾ ਲੱਗ ਗਿਆ ਨਾ ਵੀ ਇਹ ਹੁਣ ਖਾਲੀ ਹੋ ਗਿਆ, ਇਹਦੀ ਤਾਕਤ ਅਸੀਂ ਖਿੱਚ ਲਈ ਹੈ, ਹੁਣ ਇਹ ਕੁਝ ਕਰਨ ਜੋਗਾ ਨਹੀਂ। ਇਹ ਗੱਲ ਵੇਖ ਕੇ ਹੱਸ ਪਏ। ਗੁਰੂ ਤੇਗ ਬਹਾਦਰ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਮਤੀ ਦਾਸ ਹੁਣ ਸਾਡਾ ਇੱਕ ਬਚਨ ਹੋਰ ਸੁਣ। ਤੇ ਜਦੋਂ ਮਹਾਰਾਜ ਨੇ ਆਖਿਆ ਹੈ ਆਪ ਤੁਮ ਕਰੋ ਜਥਾ ਚਿਤ ਚਾਹਿਓ। ਮਹਾਰਾਜ ਕਹਿੰਦੇ, ਮਤੀ ਦਾਸ ਤੂੰ ਸਾਡੀ ਆਗਿਆ ਮੰਗਦਾ ਸੀ ਨਾ ਵੀ ਮਹਾਰਾਜ ਆਗਿਆ ਦਿਓ, ਮੈਂ ਦੁਨੀਆ ਖਤਮ ਕਰ ਦਿਆਂ, ਮੁਸਲਮਾਨ ਖਤਮ ਕਰ ਦਿਆਂ, ਪਾਪੀ ਖਤਮ ਕਰ ਦਿਆਂ। ਤੇ ਸਤਿਗੁਰੂ ਕਹਿਣ ਲੱਗੇ, ਜਾ ਮਤੀ ਦਾਸ ਛੁੱਟੀ ਦਿੱਤੀ ਤੈਨੂੰ, ਜਾ ਜੋ ਤੇਰਾ ਜੀ ਕਰਦਾ ਕਰ ਲੈ। ਇਹ ਨਾ ਕਹੀਂ ਵੀ ਸਾਨੂੰ ਆਗਿਆ ਨਹੀਂ ਦਿੱਤੀ ਹੈ, ਜਾ ਤੈਨੂੰ ਆਗਿਆ ਦਿੱਤੀ, ਹੁਣ ਤੂੰ ਜੋ ਕਰਨਾ ਕਰ ਲੈ। ਮਹਾਰਾਜ ਜਾਣ ਗਏ ਜਿਹੜੀ ਤਾਕਤ ਸੀ ਦੁਨੀਆ ਦਾ ਨੁਕਸਾਨ ਕਰਨ ਵਾਲੀ, ਉਹ ਤੇ ਅਸੀਂ ਲੈ ਲਈ ਹੈ, ਹੁਣ ਇਹ ਖਾਲੀ ਰਹਿ ਗਿਆ, ਹੁਣ ਇਹਦੇ ਕੋਲੋਂ ਕੁਝ ਨਹੀਂ ਹੋਵੇਗਾ। ਸੋ ਵਿਦਵਾਨਾਂ ਨੇ ਇਹ ਸਾਖੀ ਨੂੰ ਇਸ ਤਰ੍ਹਾਂ ਵੀ ਲਿਖਿਆ ਕਿ ਜਦੋਂ ਭਾਈ ਮਤੀ ਦਾਸ ਨੇ ਆਖਿਆ ਨਾ ਮਹਾਰਾਜ ਨੂੰ ਵੀ ਮਹਾਰਾਜ ਆਗਿਆ ਦਿਓ, ਮੈਂ ਸਾਰੇ ਮੁਗਲਾਂ ਨੂੰ ਖਤਮ ਕਰ ਦਿਆਂ, ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮਤੀ ਦਾਸ ਜਾ ਜਮਨਾ ਦੇ ਵਿੱਚੋਂ ਇੱਕ ਭਾਂਡਾ ਪਾਣੀ ਦਾ ਭਰ ਕੇ ਲਿਆ ਸਾਡੇ ਵਾਸਤੇ। ਤੇ ਮਤੀ ਦਾਸ ਕਹਿਣ ਲੱਗੇ, ਮਹਾਰਾਜ ਮੈਂ ਤੇ ਜੇਲ੍ਹ ਦੇ ਵਿੱਚ ਬੰਦ ਹਾਂ, ਜੰਦਰੇ ਲੱਗੇ, ਦਰਵਾਜ਼ੇ ਬੰਦ ਨੇ, ਕਿਵੇਂ ਜਾਵਾਂ। ਸਤਿਗੁਰੂ ਕਹਿੰਦੇ, ਜੰਦਰੇ ਦਰਵਾਜ਼ੇ ਆਪੇ ਹੀ ਖੁੱਲ੍ਹ ਜਾਣਗੇ, ਜਾ ਇਹ ਲੋਟਾ ਲੈ ਜਾ, ਵੱਡਾ ਗੜਵਾ ਲੈ ਜਾ ਤੇ ਪਾਣੀ ਦਾ ਭਰ ਕੇ ਲਿਆ ਜਮਨਾ ਵਿੱਚੋਂ। ਵੱਡਾ ਭਾਂਡਾ ਲੈ ਕੇ ਭਾਈ ਮਤੀ ਦਾਸ ਕਹਿੰਦੇ ਚੱਲ ਪਏ। ਜਦੋਂ ਜਮਨਾ ਵਿੱਚੋਂ ਪਾਣੀ ਭਰਿਆ ਤੇ ਉਸ ਵੇਲੇ ਮਤੀ ਦਾਸ ਸੋਚਦਾ ਵੀ ਮਹਾਰਾਜ ਨੇ ਇੰਨਾ ਕੁ ਪਾਣੀ ਕਰਨਾ ਵੀ ਕੀ ਹੈ, ਮੈਨੂੰ ਕਿਉਂ ਘਲਾਇਆ ਦੂਰ। ਮਤੀ ਦਾਸ ਪਾਣੀ ਲੈ ਕੇ ਸਤਿਗੁਰਾਂ ਦੇ ਕੋਲ ਆ ਗਿਆ ਤੇ ਕਹਿਣ ਲੱਗਾ, ਮਹਾਰਾਜ ਜਲ ਲੈ ਆਂਦਾ। ਸਤਿਗੁਰਾਂ ਨੇ ਜਲ ਵੱਲ ਵੇਖਿਆ, ਕਹਿਣ ਲੱਗੇ, ਮਤੀ ਦਾਸ ਇਹ ਜਲ ਫਿਰ ਜਾ ਕੇ ਜਮਨਾ ਵਿੱਚ ਪਾਇਆ। ਹੁਣ ਹੈਰਾਨ ਹੋ ਗਿਆ, ਪਹਿਲਾਂ ਮੰਗਾ ਲਿਆ, ਹੁਣ ਵਰਤਿਆ ਵੀ ਨਹੀਂ ਹੈ, ਕਹਿੰਦੇ ਵਾਪਸ ਨਦੀ ਵਿੱਚ ਪਾ ਲਿਆ। ਹੈਰਾਨਗੀ ਵੱਧ ਗਈ, ਪਰ ਬਚਨ ਮੰਨਣਾ ਪੈਣਾ ਸੀ ਨਾ। ਬਚਨ ਮੰਨਿਆ, ਫਿਰ ਜਮਨਾ ਵਿੱਚੋਂ ਪਾਣੀ ਵਾਪਸ ਕਰ ਆਇਆ। ਵਾਪਸ ਕਰਕੇ ਫਿਰ ਮਹਾਰਾਜ ਕੋਲ ਆ ਗਿਆ। ਸਤਿਗੁਰੂ ਕਹਿਣ ਲੱਗੇ, ਮਤੀ ਦਾਸ ਕੋਈ ਸਮਝ ਆਈ ਹੈ। ਕਹਿਣ ਲੱਗਾ, ਹਾਂ ਮਹਾਰਾਜ ਸਮਝ ਆਈ ਹੈ। ਕਹਿਣ ਲੱਗੇ, ਕੀ ਸਮਝ ਆਈ ਹੈ। ਕਹਿਣ ਲੱਗਾ, ਮਹਾਰਾਜ ਸਮਝ ਇਹ ਆਈ ਹੈ, ਮੈਂ ਤੁਹਾਡਾ ਦੁੱਖ ਵੇਖ ਕੇ ਸਹਿ ਨਹੀਂ ਸਕਦਾ, ਤੁਸੀਂ ਮੈਨੂੰ ਆਪਣੇ ਤੋਂ ਬਹਾਨੇ ਨਾਲ ਦੂਰ ਕਰਦੇ ਜੇ ਵੀ ਮੈਂ ਤੁਹਾਡੇ ਤੋਂ ਦੂਰ ਰਵਾਂ, ਤੁਹਾਡਾ ਦੁੱਖ ਨਾ ਵੇਖਾਂ ਤੇ ਮੈਂ ਵੀ ਦੁਖੀ ਨਾ ਹੋਵਾਂ। ਸਤਿਗੁਰੂ ਕਹਿਣ ਲੱਗੇ, ਚਲੋ ਚੰਗੀ ਗੱਲ ਹੈ, ਇਹ ਵੀ ਬਚਨ ਚੰਗਾ ਜੇ ਤੈਨੂੰ ਸਮਝ ਆ ਗਿਆ, ਪਰ ਇਹਦੇ ਵਿੱਚ ਤੈਨੂੰ ਅਸੀਂ ਗੱਲ ਇੱਕ ਹੋਰ ਵੀ ਸਮਝਾਉਣੀ ਚਾਹੁੰਦੇ ਹਾਂ। ਕਹਿਣ ਲੱਗਾ, ਮਹਾਰਾਜ ਉਹ ਕੀ ਹੈ। ਸਤਿਗੁਰੂ ਕਹਿਣ ਲੱਗੇ, ਮਤੀ ਦਾਸ ਜਦੋਂ ਤੂੰ ਜਮਨਾ ਦੇ ਵਿੱਚੋਂ ਪਾਣੀ ਦਾ ਭਾਂਡਾ ਭਰਿਆ ਤੇ ਫਿਰ ਨਦੀ ਤੇ ਸੁੱਕ ਗਈ ਹੋਵੇਗੀ ਨਾ, ਉਹਦੇ ਵਿੱਚ ਤੇ ਪਾਣੀ ਰਹਿ ਹੀ ਨਹੀਂ ਗਿਆ, ਤੂੰ ਭਰ ਕੇ ਲੈ ਆਇਆ ਉਹਦੇ ਵਿੱਚੋਂ ਬਾਲਟੀ, ਤੇ ਨਦੀ ਸੁੱਕ ਗਈ ਹੋਵੇਗੀ। ਤੇ ਜਦੋਂ ਤੂੰ ਵਾਪਸ ਬਾਲਟੀ ਪਾ ਕੇ ਆਇਆ ਤੇ ਨਦੀ ਫਿਰ ਭਰ ਗਈ ਹੋਵੇਗੀ, ਹੜ੍ਹ ਆ ਗਿਆ ਹੋਵੇਗਾ, ਨਦੀ ਦੇ ਕਿਨਾਰੇ ਟੁੱਟ ਗਏ ਹੋਣਗੇ। ਤੇ ਮਤੀ ਦਾਸ ਸੁਣ ਕੇ ਹੱਸ ਪਿਆ, ਕਹਿਣ ਲੱਗਾ, ਮਹਾਰਾਜ ਕਦੇ ਬਾਲਟੀਆਂ ਨਾਲ ਵੀ ਨਦੀਆਂ ਸੁੱਕੀਆਂ ਤੇ ਕਦੇ ਬਾਲਟੀ ਪਾਣੀ ਪਾਇਆ ਵੀ ਨਦੀਆਂ ਵਿੱਚ ਹੜ੍ਹ ਥੋੜ੍ਹੀ ਆਉਂਦੇ ਨੇ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਬਸ ਆਹ ਹੀ ਤੈਨੂੰ ਦੱਸਣਾ ਸੀ ਕਿ ਜਿਸ ਤਰ੍ਹਾਂ ਨਦੀ ਵਿੱਚੋਂ ਬਾਲਟੀ ਕੱਢਿਆ ਨਦੀ ਸੁੱਕਦੀ ਨਹੀਂ ਤੇ ਬਾਲਟੀ ਪਾਇਆ ਉਹ ਭਰਦੀ ਨਹੀਂ, ਇਸੇ ਤਰ੍ਹਾਂ ਤੇਰਾ ਗੁਰੂ ਵੀ ਨਦੀ ਦੇ ਵਾਂਗ ਹੀ ਹੈ। ਤੇਰਾ ਗੁਰੂ ਵੀ ਸਮੁੰਦਰ ਦੇ ਨਾਲ ਹੀ ਕਰਾਮਾਤਾਂ ਦੇ ਨਾਲ ਮਤੀ ਦਾਸ ਭਰਿਆ ਹੋਇਆ ਹੈ। ਜੇ ਬਾਲਟੀ ਦੇ ਵਾਂਗ ਤੂੰ 2-4 ਵਿੱਚੋਂ ਕੱਢ ਲਈਆਂ ਤੇ ਗੁਰੂ ਨੂੰ ਕੋਈ ਫਰਕ ਨਹੀਂ ਪੈਣਾ, ਤੇ ਜੇ ਬਾਲਟੀ ਦੇ ਵਾਂਗ 2-4 ਤੇਰੇ ਕੋਲੋਂ ਖਿੱਚ ਕੇ ਅਸੀਂ ਵਾਪਸ ਕਰ ਲਈਆਂ ਸਾਨੂੰ ਤਾਂ ਵੀ ਫਰਕ ਨਹੀਂ ਪੈਣਾ। ਪਰ ਇਹ ਗੱਲ ਸੋਚ ਵੀ ਜਿਸ ਗੁਰੂ ਦੇ ਕੋਲ ਸਮੁੰਦਰ ਦੇ ਵਰਗੀ ਪਾਵਰ ਹੈ, ਤਾਕਤ ਹੈ, ਉਹ ਗੁਰੂ ਇੰਨੇ ਦੁੱਖ ਆਪਣੀ ਮੌਜ ਦੇ ਨਾਲ ਸਹਿੰਦਾ ਪਿਆ ਹੈ, ਤੂੰ ਇੱਕ ਬਾਲਟੀ ਇੱਕ ਛੋਟੀ ਜੀ ਕਰਾਮਾਤ ਲੈ ਕੇ ਸੇਵਾ ਤੇ ਸਿਮਰਨ ਕਰਕੇ ਆਪੇ ਤੋਂ ਬਾਹਰ ਹੋ ਗਿਆ ਵੀ ਮਹਾਰਾਜ ਆਗਿਆ ਦਿਓ ਮੈਂ ਦੁਨੀਆ ਖਤਮ ਕਰ ਦਿਆਂ। ਤੇ ਕੀ ਮਤੀ ਦਾਸ ਅਸੀਂ ਨਹੀਂ ਕਰ ਸਕਦੇ? ਇਹ ਤੇ ਅਸੀਂ ਵੀ ਕਰ ਸਕਦੇ ਹਾਂ। ਸਾਡੇ ਤੇ ਬਸ ਇੱਕ ਇਸ਼ਾਰੇ ਦੀ ਲੋੜ ਹੈ। ਵੱਡੀਆਂ ਵੱਡੀਆਂ ਸ਼ਕਤੀਆਂ ਹੱਥ ਜੋੜ ਕੇ ਖਲੋਤੀਆਂ ਹੋਈਆਂ,
ਅਸੀਂ ਤੇ ਇਸ਼ਾਰਾ ਕਰੀਏ ਤੇ ਸਭ ਕੁਝ ਹੋ ਜਾਵੇ। ਜਿਹੜਾ ਗੁਰੂ ਸਮੁੰਦਰ ਦੇ ਵਾਂਗ ਕਰਾਮਾਤਾਂ ਨਾਲ ਭਰਿਆ ਹੈ, ਜੇ ਉਹ ਗੁਰੂ ਦੁੱਖ ਸਹਿੰਦਾ ਪਿਆ ਤੇ ਇਹਦਾ ਮਤਲਬ ਇਹ ਵੀ ਇਹਦੇ ਵਿੱਚ ਕੋਈ ਰਜਾ ਹੈ, ਇਹਦੇ ਵਿੱਚ ਕੋਈ ਭਾਣਾ ਹੈ, ਇਹਦੇ ਵਿੱਚ ਕੋਈ ਵੱਡੀ ਗੱਲ ਹੈ, ਤੂੰ ਸਮਝਦਾ ਨਹੀਂ। ਇਹ ਬਚਨ ਸਮਝਾ ਕੇ ਮਤੀਦਾਸ ਨੂੰ ਮਹਾਰਾਜ ਨੇ ਸਮਝਾਇਆ ਵੀ ਭਾਣੇ ਵਿੱਚ ਰਹੀਦਾ, ਹੁਕਮ ਦੇ ਵਿੱਚ ਰਹੀਦਾ, ਹੁਕਮ ਤੋਂ ਬਾਹਰ ਨਹੀਂ ਜਾਈਦਾ। ਸੋ ਵਿਦਵਾਨਾਂ ਨੇ ਇਹ ਵੀ ਸਾਖੀ ਲਿਖੀ ਹੈ ਸਮਝਣ ਵਾਸਤੇ। ਇੱਥੇ ਮਹਾਰਾਜ ਜੀਆਂ ਨੂੰ ਜਦੋਂ ਮਤੀਦਾਸ ਨੇ ਮੱਥਾ ਟੇਕਿਆ ਨਾ ਚਰਨ ਫੜ ਕੇ, ਤੇ ਸਤਿਗੁਰੂ ਪਾਤਸ਼ਾਹ ਨੇ ਇਹਦਾ ਹੱਥ ਫੜਿਆ ਮਤੀਦਾਸ ਦਾ। ਜਿੰਨੀਆਂ ਕਰਾਮਾਤਾਂ ਸ਼ਕਤੀਆਂ ਸਨ ਮਹਾਰਾਜ ਨੇ ਆਪਣੇ ਕੋਲ ਵਾਪਸ ਲੈ ਲਈਆਂ ਹਨ। ਮਤੀਦਾਸ ਤਬ ਰਹਿਓ ਵਿਚਾਰ, ਉਸ ਵੇਲੇ ਮਤੀਦਾਸ ਆਪਣੇ ਮਨ ਵਿੱਚ ਸੋਚਦਾ ਹੈ, ਸ਼ਕਤ ਨਾ ਦੇਖੀ ਆਪਨ ਮਝਾਰ। ਮਹਾਰਾਜ ਨੇ ਆਗਿਆ ਦਿੱਤੀ, ਕਹਿਣ ਲੱਗੇ ਮਤੀਦਾਸ ਫਿਰ ਜਾ ਦੁਨੀਆ ਖਤਮ ਕਰ ਦੇ, ਇਸਲਾਮੀ ਲੋਕਾਂ ਨੂੰ ਪਾਪੀਆਂ ਨੂੰ ਖਤਮ ਕਰ, ਜੋ ਤੈਨੂੰ ਜੀ ਕਰਦਾ ਨਾ ਚੰਗਾ ਲੱਗਦਾ ਕਰ। ਤੇ ਜਦੋਂ ਮਤੀਦਾਸ ਕਰਨ ਲੱਗਾ ਤੇ ਅੱਗੋਂ ਹੋਵੇ ਕੱਖ ਨਾ, ਯਤਨ ਕਰਦਾ ਪਰ ਹੁੰਦਾ ਕੁਝ ਨਹੀਂ। ਹੁਣ ਮਨ ਵਿੱਚ ਸਮਝ ਗਿਆ ਕਿ ਜਿਹੜਾ ਸਤਿਗੁਰਾਂ ਨੇ ਆਖਿਆ ਨਾ ਮੱਥਾ ਟੇਕ, ਇਹ ਮੱਥਾ ਟੇਕਣਾ ਤੇ ਮੈਨੂੰ ਭਾਰੀ ਪੈ ਗਿਆ। ਮਹਾਰਾਜ ਨੇ ਤੇ ਚੀਜ਼ਾਂ ਸਾਰੀਆਂ ਹੀ ਵਾਪਸ ਲੈ ਲਈਆਂ, ਮੈਂ ਤੇ ਹੁਣ ਬਿਲਕੁਲ ਖਾਲੀ ਹਾਂ। ਤਪ ਸੇਵਾ ਤੇ ਸੰਚਨ ਕੀਨ, ਮੈਂ ਬੜਾ ਬੜਾ ਤਪ ਕੀਤਾ, ਅੰਮ੍ਰਿਤ ਵੇਲੇ ਉੱਠ ਕੇ ਕਈ ਘੰਟੇ ਸਿਮਰਨ ਵਿੱਚ ਬੈਠਾ, ਗੁਰੂ ਦੀ ਸੇਵਾ ਕਰਕੇ, ਨਿਤਨੇਮ ਕਰਕੇ, ਨਾਮ ਜਪ ਕੇ, ਇਹ ਸਾਰੀਆਂ ਕਰਾਮਾਤਾਂ ਸ਼ਕਤੀਆਂ ਮੈਂ ਇਕੱਠੀਆਂ ਕੀਤੀਆਂ ਹਨ। ਆਪ ਸਤਿਗੁਰ ਨੇ ਐਂਚ ਸੋਲੀ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਸਾਰੀਆਂ ਸ਼ਕਤੀਆਂ ਮੇਰੀਆਂ ਖੋਹ ਲਈਆਂ। ਇਹ ਸ਼ਕਤੀ ਇੱਕੇ ਦਿਨ ਤੇ ਮਿਲੀ ਨਹੀਂ ਹੈ, ਕਰਾਮਾਤ ਇੱਕੇ ਦਿਨ ਨਹੀਂ ਮਿਲੀ, ਕਈ ਸਾਲ ਸੇਵਾ ਕਰਕੇ, ਸਿਮਰਨ ਕਰਕੇ, ਨਾਮ ਜਪ ਕੇ ਮਿਲੀਆਂ, ਪਰ ਮਹਾਰਾਜ ਨੇ 1 ਮਿੰਟ ਵਿੱਚ ਹੀ ਖੋਹ ਲਈਆਂ। ਹੁਣ ਭਾਈ ਮਤੀਦਾਸ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਨਾਲ ਕਿਹੜੇ ਸਵਾਲ ਕਰੇਗਾ, ਤੇ ਗੁਰੂ ਪਾਤਸ਼ਾਹ ਫਿਰ ਕੀ ਜਵਾਬ ਦਿੰਦੇ ਨੇ। ਭਾਈ ਮਤੀਦਾਸ ਦੀ ਸ਼ਹੀਦੀ ਕਿਵੇਂ ਹੋਵੇਗੀ, ਆਰੇ ਨਾਲ ਕਿਵੇਂ ਚੀਰਿਆ ਜਾਂਦਾ ਹੈ, ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਆਪ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਭਾਈ ਮਤੀਦਾਸ ਦੀ ਸ਼ਹੀਦੀ ਦੇ ਪ੍ਰਸੰਗ ਸਰਵਣ ਕਰਨੇ। ਲੇਖੈ ਕਤਹਿ ਨ ਛੂਟੀਐ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ,